ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਨਾਰਾਇਣ ਨਰਪਤ ਨਮਸਕਾਰੈ ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹ ਕੁਰਸਹ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਾਖ ਮੱਜਨ ਸੰਗ ਸਾਧੂਆ ਧੂੜੀ ਕਰ ਇਸਨਾਨ ਹਰਿ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਮਾਖ ਮੱਜਨ ਸੰਗ ਸਾਧੂਆ ਧੂੜੀ ਕਰ ਇਸਨਾਨ ਹਰਿ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਜੀਵ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਾਜ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਘ ਸੁੱਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ ਮਾਘ ਸੁੱਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ ਮਾਘ ਮੱਜਨ ਸੰਗ ਸਾਧੂਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦੀਨ ਦਇਆਲ ਮਿਹਰਬਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਮਾਘ ਦੀ ਸੰਗਰਾਂਦ ਦੇ ਦਿਹਾੜੇ ਤੇ ਮਾਘੀ ਦੇ ਦਿਹਾੜੇ ਤੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਜਿੱਥੇ ਅੱਜ ਮਾਘੀ ਦਾ ਦਿਹਾੜਾ ਹੈ, ਭਾਵ ਮਾਘ ਮਹੀਨੇ ਦੀ ਆਰੰਭਤਾ ਹੈ, ਮਾਘ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਉੱਥੇ ਸਾਧ ਸੰਗਤ ਜੀ ਜੋ ਗੁਰੂ ਘਰ ਦੀ ਮਰਿਆਦਾ ਹੈ ਉਸ ਦੇ ਅਨੁਸਾਰ ਅੱਜ ਗੁਰੂ ਘਰ ਦੇ ਕੀਰਤਨੀਆਂ ਨੇ ਬਸੰਤ ਰਾਗ ਦੀ ਆਰੰਭਤਾ ਵੀ ਕੀਤੀ ਹੈ। ਮਾਘ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਭਾਵ ਜਿਹੜੀ ਰਾਤ ਲੰਘੀ ਹੈ ਉਸ ਮੌਕੇ ਤੇ 8:30 ਵਜੇ ਤੋਂ ਕੁਝ ਸਮਾਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਅਰਦਾਸ ਬੇਨਤੀ ਹੋ ਕੇ ਗੁਰੂ ਘਰ ਦੇ ਕੀਰਤਨੀਏ ਬਸੰਤ ਰਾਗ ਗਾਉਣਾ ਆਰੰਭ ਕਰਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਵਿਸ਼ੇਸ਼ ਤੌਰ ਤੇ ਕਿ ਸਤਿਗੁਰੂ ਜੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਜੀ ਦੇ ਦਰ ਘਰ ਦੇ ਕੀਰਤਨੀਆਂ ਨੂੰ ਬਸੰਤ ਰਾਗ ਗਾਇਨ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਤੇ ਹੁਣ ਤੋਂ ਲੈ ਕਰਕੇ ਇਹ ਫਿਰ ਸਾਧ ਸੰਗਤ ਜੀ ਹੋਲੇ ਮਹੱਲੇ ਤੱਕ ਬਸੰਤ ਰਾਗ ਗਾਇਆ ਜਾਂਦਾ ਲਗਾਤਾਰ। ਤੇ ਗੁਰੂ ਘਰ ਦੇ ਕੀਰਤਨੀਏ ਜਿਸ ਵੇਲੇ ਕੀਰਤਨ ਕਰਦੇ ਹਨ ਘੱਟੋ ਘੱਟ ਇੱਕ ਸ਼ਬਦ ਤਾਂ ਜ਼ਰੂਰ ਉਹ ਬਸੰਤ ਰਾਗ ਦਾ ਗੁਰੂ ਕੀਆਂ ਸੰਗਤਾਂ ਨੂੰ ਸਰਵਣ ਕਰਵਾਉਂਦੇ ਹਨ ਆਪਣੇ ਕੀਰਤਨ ਕਰਨ ਦੇ ਮੌਕੇ। ਕਈ ਐਸੇ ਵੀ ਗੁਰੂ ਘਰ ਦੇ ਕੀਰਤਨੀਏ ਹਨ ਉਹ ਸਾਰੇ ਸ਼ਬਦ ਵੀ ਬਸੰਤ ਰਾਗ ਦੇ ਵਿੱਚ ਹੀ ਗਾਉਂਦੇ ਹਨ। ਫਿਰ ਬਸੰਤ ਰਾਗ ਦੀ ਪੌੜੀ ਪੜ੍ਹੀ ਜਾਂਦੀ ਹੈ। ਜਿਵੇਂ ਹੁਣ ਆਸਾ ਕੀ ਵਾਰ ਦੀ ਸਮਾਪਤੀ ਤੇ ਭਾਈ ਸਾਹਿਬ ਜੀ ਉਹਨਾਂ ਨੇ ਬਸੰਤ ਰਾਗ ਦੀ ਪੌੜੀ ਦਾ ਅਖੀਰਲਾ ਪਦਾ ਪੜ੍ਹਿਆ ਹੈ। ਤਾਂ ਇਹ ਗੁਰੂ ਕੇ ਦਰ ਘਰ ਦੀ ਮਰਿਆਦਾ ਹੈ। ਜਿੱਥੇ ਮਾਘੀ ਦਾ ਦਿਹਾੜਾ ਹੈ ਉੱਥੇ ਬਸੰਤ ਰਾਗ ਦੀ ਵੀ ਆਰੰਭਤਾ ਹੈ ਨਾਲ। ਕੁਝ ਰਾਗ ਰੁੱਤਾਂ ਦੇ ਦਿਹਾਈ ਦੇ ਨਾਲ ਗਾਏ ਜਾਂਦੇ ਹਨ। ਜਿਵੇਂ ਬਰਸਾਤ ਦੀ ਰੁੱਤ ਜਦੋਂ ਸਾਵਣ ਤੇ ਭਾਦਰੋਂ ਦੀ ਰੁੱਤ ਹੁੰਦੀ ਹੈ ਉਸ ਵੇਲੇ ਮਲਾਰ ਰਾਗ ਗਾਇਆ ਜਾਂਦਾ ਹੈ। ਤੇ ਇਸੇ ਤਰ੍ਹਾਂ ਅੱਜ ਤੋਂ ਲੈ ਕਰਕੇ ਇਹ ਫਿਰ ਸਾਧ ਸੰਗਤ ਜੀ ਹੋਲੇ ਮਹੱਲੇ ਤੱਕ ਬਸੰਤ ਰਾਗ ਗਾਇਆ ਜਾਂਦਾ ਹੈ। ਇਹ ਗੁਰੂ ਘਰ ਦੀ ਮਰਿਆਦਾ ਹੈ ਕੀਰਤਨ ਦੀ। ਔਰ ਨਾਲ ਸਾਧ ਸੰਗਤ ਜੀ ਅੱਜ 40 ਮੁਕਤਿਆਂ ਸਿੰਘਾਂ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਵੇਲੇ ਮਾਲਵੇ ਦੇ ਇਲਾਕੇ ਵਿੱਚ ਵਿਚਰ ਰਹੇ ਸਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਖ-ਵੱਖ ਨਗਰਾਂ ਦੇ ਵਿੱਚ ਚਰਨ ਪਾ ਕੇ ਵੱਖ-ਵੱਖ ਥਾਵਾਂ ਤੇ ਪੜਾਅ ਕਰਦੇ ਹੋਏ ਗਰੀਬ ਨਵਾਜ ਸਾਹਿਬ ਮਾਲਵੇ ਵਿੱਚ ਜਾ ਰਹੇ। ਔਰ ਸਤਿਗੁਰੂ ਜੀ ਦੀਨੇ ਕਾਂਗੜ ਕੁਝ ਸਮਾਂ ਠਹਿਰੇ ਹਨ ਔਰ ਉੱਥੇ ਅਨੇਕਾਂ ਸਿੱਖਾਂ ਨੇ ਗੁਰੂ ਕੀ ਸਿੱਖੀ ਧਾਰਨ ਕੀਤੀ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਸਤਿਗੁਰੂ ਸਾਹਿਬ ਜੀ ਦੇ ਪਾਸ ਲਗਭਗ 1400 ਦੇ ਕਰੀਬ ਗੁਰੂ ਕਾ ਖਾਲਸਾ ਗੁਰੂ ਕੇ ਸਿੰਘ ਸੱਜ ਗਏ। ਉਥੋਂ ਮਹਾਰਾਜ ਸਾਹਿਬ ਜੀ ਹੋਰ ਅਨੇਕਾਂ ਨਗਰਾਂ ਥਾਣੀ ਹੁੰਦੇ ਹੋਏ ਅੱਗੇ ਜਾ ਰਹੇ ਹਨ। ਢਿੱਲਵੀਂ ਇਸੇ ਤਰ੍ਹਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕੋਟਕਪੂਰੇ
ਉੱਥੋਂ ਦਾ ਜਿਹੜਾ ਕਪੂਰਾ ਸੀਗਾ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਉਂਝ ਤਾਂ ਸ਼ਰਧਾਲੂ ਸੀ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਕਪੂਰਿਆ, ਸਾਨੂੰ ਤੂੰ ਆਪਣਾ ਕੋਟ ਦੇ, ਕਿਲ੍ਹਾ ਦੇ, ਇਸ ਕਿਲ੍ਹੇ ਵਿੱਚ ਠਹਿਰ ਕਰਕੇ ਅਸੀਂ ਜੋ ਤੁਰਕਾਂ ਦੀ ਫੌਜ ਦੇ ਨਾਲ ਜੰਗ ਯੁੱਧ ਕਰੀਏ। ਪਰ ਉਹਨੇ ਮਨਾ ਕਰ ਦਿੱਤਾ, ਨਾ ਕਰ ਦਿੱਤੀ। ਕਹਿਣ ਲੱਗਾ, ਮਹਾਰਾਜ ਜੇ ਮੈਂ ਤੁਹਾਨੂੰ ਕਿਲ੍ਹਾ ਦੇ ਦਿੱਤਾ ਤੇ ਤੁਰਕ ਮੈਨੂੰ ਫਾਹੇ ਲਾ ਕੇ ਮਾਰ ਦੇਣਗੇ। ਤੇ ਗਰੀਬ ਨਿਵਾਜ ਸਾਹਿਬ ਜੀ ਨੇ ਫਿਰ ਬਚਨ ਕੀਤਾ ਵੀ ਜੇ ਤੇਰੀ ਇਸ ਤਰ੍ਹਾਂ ਦੀ ਭਾਵਨਾ ਹੈ ਤੇ ਤੂੰ ਫਿਰ ਫਾਹੇ ਲੱਗ ਕੇ ਹੀ ਮਰੇਂਗਾ। ਫਿਰ ਸਮੇਂ ਦੇ ਨਾਲ ਸਾਧ ਸੰਗਤ ਜੀ ਇਹ ਕਪੂਰੇ ਨੂੰ ਤੁਰਕਾਂ ਨੇ ਫਾਹੇ ਲਾ ਕਰਕੇ ਮਾਰਿਆ ਸੀ, ਈਸੇ ਖਾਨ ਨੇ। ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਫਿਰ ਇੱਥੋਂ ਅੱਗੇ ਗਏ, ਵੱਖ-ਵੱਖ ਥਾਵਾਂ ਤੇ ਹੋ ਕੇ ਰਾਮੇ ਵਾਲੇ ਪਿੰਡ ਵਿੱਚ ਮਹਾਰਾਜ ਜਾ ਰਹੇ ਸਨ। ਪਿੱਛੋਂ ਅਵਾਈ ਆ ਰਹੀ ਸੀ। ਇਸ ਗੱਲ ਦਾ ਪਤਾ ਲੱਗਾ ਸੀ ਕਿ ਸਰਹੰਦ ਦਾ ਸੂਬਾ ਉਹ ਹਜ਼ਾਰਾਂ ਫੌਜ ਲੈ ਕਰਕੇ ਹਮਲਾਵਰ ਹੋ ਕਰਕੇ ਆ ਰਿਹਾ ਹੈ। ਵੈਸਾਖ ਦਾ ਮਹੀਨਾ ਹੈ ਸਾਧ ਸੰਗਤ ਜੀ, 1705 ਈਸਵੀ ਸਨ ਹੈ। 1762 ਬਿਕਰਮੀ ਸੰਮਤ ਹੈ। 1761 ਬਿਕਰਮੀ ਸੰਮਤ ਨੂੰ ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਛੱਡਿਆ, ਪੋਹ ਦੇ ਮਹੀਨੇ ਵਿੱਚ। ਤੇ ਅੱਗੇ ਮਾਘ, ਫੱਗਣ, ਚੇਤ, ਚੇਤ ਦੇ ਵਿੱਚ ਸਾਲ ਬਦਲ ਜਾਂਦਾ ਹੈ, ਦੇਸੀ ਸੰਮਤ, ਬਿਕਰਮੀ ਸੰਮਤ। ਤੇ 62 ਹੋ ਗਿਆ ਚੇਤ ਤੋਂ, ਤੇ ਵੈਸਾਖ ਦੇ ਵਿੱਚ ਮਹਾਰਾਜ ਸਾਹਿਬ ਜੀ ਉੱਥੇ ਪਹੁੰਚੇ। ਜੇ ਈਸਵੀ ਸਨ ਦੀ ਗੱਲ ਕਰੀਏ ਤੇ 1704 ਈਸਵੀ ਸਨ ਦਸੰਬਰ ਦੇ ਮਹੀਨੇ 'ਚ ਆਨੰਦਪੁਰ ਸਾਹਿਬ ਮਹਾਰਾਜ ਨੇ ਛੱਡਿਆ। ਆਨੰਦਪੁਰ ਸਾਹਿਬ ਦਸੰਬਰ ਦੇ ਵਿੱਚ 1704 ਈਸਵੀ ਸਨ ਨੂੰ, ਤੇ ਅੱਗੇ ਜਨਵਰੀ ਤੋਂ ਸਾਲ ਬਦਲ ਜਾਂਦਾ ਹੈ। ਇਸ ਕਰਕੇ 1705 ਈਸਵੀ ਸਨ ਸੀ, 1762 ਬਿਕਰਮੀ ਸੰਮਤ। ਰਾਮੇ ਵਾਲੇ ਪਿੰਡ ਸਤਿਗੁਰੂ ਸਾਹਿਬ ਜੀ ਜਾ ਰਹੇ ਔਰ ਖਦਰਾਣੇ ਦੀ ਢਾਬ ਵੱਲ ਨੂੰ ਜਾ ਰਹੇ ਆ ਵੀ ਉੱਥੇ ਜਲ ਹੋਵੇਗਾ, ਉਸ ਥਾਂ ਦੇ ਉੱਤੇ ਮੋਰਚਾਬੰਦੀ ਕਰਕੇ ਜੋ ਪਿੱਛੇ ਵਜੀਦੇ ਦੀ ਫੌਜ ਹਜ਼ਾਰਾਂ ਦੀ ਗਿਣਤੀ ਵਿੱਚ ਆ ਰਹੀ, ਉਹਦਾ ਮੁਕਾਬਲਾ ਕੀਤਾ ਜਾਵੇ। ਜਦੋਂ ਰਾਮੇ ਵਾਲੇ ਪਿੰਡ ਪਹੁੰਚੇ, ਇੱਥੇ ਫਿਰ ਪੰਚਾਇਤ ਆਈ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤਾਂ ਲਿਖਿਆ ਹੈ ਮਾਝੇ ਦੀ ਪੰਚਾਇਤ ਆਈ ਹੈ। ਮਾਝੇ ਦੇ ਪੰਚ, ਸਰਪੰਚ, ਨੰਬਰਦਾਰ ਜਿਹੜੇ ਆਗੂ ਬੰਦੇ ਸੀ ਉਹ ਆਏ ਇਕੱਠੇ ਹੋ ਕਰਕੇ। ਰਾਜਨੀਤਿਕ ਲੋਕ ਆਏ ਹਨ, ਜਿਹੜੇ ਸਿੱਖ ਵੀ ਸੀ ਗੁਰੂ ਸਾਹਿਬ ਜੀ ਦੇ, ਪਰ ਨਾਲ ਸਰਕਾਰ ਨਾਲ ਵੀ ਸੰਬੰਧ ਰੱਖਦੇ ਸਨ। ਦੋਵਾਂ ਪਾਸੇ ਸੰਬੰਧ ਸੀ। ਉਹ ਪੰਚਾਇਤ ਦੇ ਵਿੱਚ ਕੁਝ ਪ੍ਰੇਮੀ ਗੁਰਸਿੱਖ ਵੀ ਆਏ, ਸ਼ਰਧਾਲੂ ਵੀ ਆਏ, ਗੁਰੂ ਸਾਹਿਬ ਜੀ ਦੇ ਨਾਲ ਪ੍ਰੇਮ ਰੱਖਣ ਵਾਲੇ। ਔਰ ਉਸ ਪੰਚਾਇਤ ਨੇ ਆ ਕਰਕੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਵੀ ਸਤਿਗੁਰੂ ਜੀ ਸਾਡੀ ਗੱਲਬਾਤ ਸੁਣੋ, ਅਸੀਂ ਕੁਝ ਬੇਨਤੀ ਕਰਨਾ ਚਾਹੁੰਦੇ ਹਾਂ ਆਪ ਜੀ। ਮਹਾਰਾਜ ਘੋੜੇ ਤੇ ਅਸਵਾਰ ਸੀ, ਨਾਲ ਗੁਰੂ ਕੇ ਸਿੱਖ ਵੀ ਘੋੜਿਆਂ ਤੇ ਅਸਵਾਰ ਸੀ, ਜਾ ਰਹੇ ਸੀ। ਰੋਕਿਆ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਕੇ, ਮਹਾਰਾਜ ਘੋੜੇ ਤੋਂ ਉਤਰ ਕੇ ਸਾਡੀ ਗੱਲ ਸੁਣੋ। ਸਤਿਗੁਰੂ ਉਤਰ ਗਏ ਘੋੜੇ ਤੋਂ ਹੇਠਾਂ, ਤੇ ਕੁਝ ਸਿੰਘ ਹੋਰ ਵੀ ਘੋੜਿਆਂ ਤੋਂ ਹੇਠਾਂ ਉਤਰ ਗਏ, ਤੇ ਕੁਝ ਘੋੜਿਆਂ ਤੇ ਅਸਵਾਰ ਹੀ ਰਹੇ। ਤੇ ਇੱਕ ਸਿੰਘ ਨੂੰ ਦਰਖਤ ਤੇ ਵੀ ਚੜਾਇਆ ਹੋਇਆ ਸੀ। ਮਹਾਰਾਜ ਨੇ ਵੀ ਦਰਖਤ ਦੇ ਉੱਤੇ ਚੜ ਕੇ ਵੇਖ ਪਿੱਛੋਂ ਫੌਜ ਕਿੱਥੇ ਆਉਂਦੀ ਹੈ। ਜਿਹੜੇ ਤੁਰਕਾਂ ਦੀ ਫੌਜ ਚੜ ਕੇ, ਉਹਨੇ ਉੱਤੇ ਚੜ ਕੇ ਵੇਖਿਆ, ਉਹਨੇ ਕਿਹਾ ਮਹਾਰਾਜ ਆ ਦੂਰ ਘੱਟਾ ਮਿੱਟੀ ਉੱਡਦਾ ਪਿਆ। ਅੰਦਾਜ਼ਾ ਲੱਗਦਾ, ਅਨੁਮਾਨ ਲੱਗਦਾ ਹੈ ਕਿ ਫੌਜ ਬਹੁਤ ਛੇਤੀ ਨਾਲ ਆ ਜਾਵੇਗੀ, ਕਿਉਂਕਿ ਧੁੰਦਲ ਉੱਡਦੀ ਪਈ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਦੱਸੋ ਭਾਈ ਕੀ ਕਹਿਣਾ ਚਾਹੁੰਦੇ ਹੋ, ਆਪਣੀ ਗੱਲਬਾਤ ਸੁਣਾਓ। ਕਹਿੰਦੇ ਮਹਾਰਾਜ ਅਸੀਂ ਬੇਨਤੀ ਕਰਨ ਆਏ ਹਾਂ। ਸਾਰੀ ਪੰਚਾਇਤ ਹੈ, ਇਹ ਮੁਖੀ ਬੰਦੇ ਹਨ,
ਤੇ ਆਪ ਜੀ ਨੂੰ ਅਸੀਂ ਆਪ ਜੀ ਦੇ ਸਿੱਖ ਹਾਂ ਤੇ ਬੇਨਤੀ ਇਹ ਕਰਨ ਵਾਸਤੇ ਆਏ। ਵੇਖੋ ਮਹਾਰਾਜ ਆਪ ਜੀ ਦਾ ਅਨੰਦਪੁਰ ਸਾਹਿਬ ਉੱਜੜ ਗਿਆ, ਆਪ ਜੀ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਆਪ ਜੀ ਦਾ ਮਾਲ ਅਸਬਾਬ ਸਾਰਾ ਖਤਮ ਹੋ ਗਿਆ। ਤੇ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਵਿੱਚ ਪੈ ਕੇ ਔਰੰਗਜ਼ੇਬ ਨਾਲ ਤੁਹਾਡਾ ਰਾਜੀਨਾਮਾ ਕਰਵਾ ਦਿੰਦੇ ਹਾਂ, ਸੁਲ੍ਹਾ ਸਫਾਈ ਕਰਾ ਦਿੰਦੇ ਹਾਂ ਬਾਦਸ਼ਾਹ ਦੇ ਨਾਲ। ਸਤਿਗੁਰੂ ਕਲਗੀਧਰ ਪਾਤਸ਼ਾਹ ਵੀਰ ਰਸ ਵਿੱਚ ਆਏ, ਕਹਿਣ ਲੱਗੇ ਤੁਸੀਂ ਸਿੱਖ ਹੋ? ਸਿੱਖ ਤਾਂ ਉਹ ਹੁੰਦਾ ਜਿਹੜਾ ਗੁਰੂ ਕੀ ਸਿੱਖਿਆ ਲੈਣ ਆਵੇ, ਗੁਰੂ ਕੀ ਸਿੱਖਿਆ ਲਵੇ। ਤੁਸੀਂ ਤੇ ਉਲਟਾ ਸਾਨੂੰ ਸਿੱਖਿਆ ਦੇਣ ਵਾਸਤੇ ਆਏ ਹੋ। ਤੁਸੀਂ ਸਿੱਖ ਨਹੀਂ ਹੋ। ਤੇ ਜਿਸ ਵੇਲੇ ਸਾਡੇ ਪੜਦਾਦਾ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਾਹੌਰ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ, ਉਦੋਂ ਤੁਸੀਂ ਕਿੱਥੇ ਸੀ ਬਾਦਸ਼ਾਹ ਨਾਲ ਰਾਜੀਨਾਮਾ ਕਰਾਉਣ ਵਾਲੇ? ਜਦੋਂ ਸਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ, ਉਦੋਂ ਤੁਸੀਂ ਕਿੱਥੇ ਸੀ ਰਾਜੀਨਾਮਾ ਕਰਾਉਣ ਵਾਲੇ? ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਇਹ ਜ਼ਾਲਮ ਅਨੇਕਾਂ ਵਾਰੀ ਚੜ੍ਹ ਕੇ ਆਉਂਦੇ ਰਹੇ, ਕਿੰਨੇ ਸਾਡੇ ਸਿੰਘ ਸ਼ਹੀਦ ਹੋਏ, ਫਿਰ ਸਮੇਂ ਦੇ ਨਾਲ ਸਾਹਿਬਜ਼ਾਦੇ ਸ਼ਹੀਦ ਹੋਏ, ਉਦੋਂ ਤੁਸੀਂ ਕਿੱਥੇ ਸੀ? ਮਹਾਰਾਜ ਕਹਿੰਦੇ ਵੀ ਇਹੋ ਜਿਹੇ ਸਿੱਖਾਂ ਦੀ ਸਾਨੂੰ ਲੋੜ ਕੋਈ ਨਹੀਂ। ਕਹਿਣ ਲੱਗੇ ਮਹਾਰਾਜ ਜੇ ਤੁਸੀਂ ਸਾਡੀ ਬੇਨਤੀ ਨਹੀਂ ਮੰਨਣੀ, ਰਾਜੀਨਾਮਾ ਨਹੀਂ ਨਾ ਕਰਨਾ, ਅਸੀਂ ਤਾਂ ਚਾਹੁੰਦੇ ਸੀ ਬਾਦਸ਼ਾਹ ਨਾਲ ਤੁਹਾਡਾ ਰਾਜੀਨਾਮਾ ਕਰਾ ਦਈਏ, ਤੁਸੀਂ ਵੀ ਆਨੰਦਪੁਰ ਸਾਹਿਬ ਵਿੱਚ ਸੁੱਖ ਨਾਲ ਵਸੋ ਤੇ ਅਸੀਂ ਵੀ ਆਪਦੇ ਘਰਾਂ ਦੇ ਵਿੱਚ ਵਸੀਏ, ਤੇ ਅਸੀਂ ਵੀ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਂਦੇ ਰਹੀਏ, ਤੇ ਸਾਡੀ ਵੀ ਸਿੱਖੀ ਨਿਭ ਜਾਵੇ। ਤੇ ਮਹਾਰਾਜ ਕਹਿਣ ਲੱਗੇ ਇਹੋ ਜਿਹੇ ਸਿੱਖਾਂ ਦੀ ਸਾਨੂੰ ਲੋੜ ਕੋਈ ਨਹੀਂ, ਇੱਥੇ ਲਿਖ ਕੇ ਦੇ ਜਾਓ। ਉਸ ਵੇਲੇ ਫਿਰ ਉਹ ਪੰਚਾਇਤ ਨੇ ਸਾਧ ਸੰਗਤ ਜੀ ਰਾਮੇ ਵਾਲੇ ਪਿੰਡ ਦੇ ਵਿੱਚ ਲਿਖ ਕੇ ਦਿੱਤਾ ਵੀ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ, ਸਾਡੇ ਤੋਂ ਇਸ ਤਰ੍ਹਾਂ ਸਿੱਖੀ ਨਹੀਂ ਨਿਭਣੀ। ਤੇ ਮਹਾਰਾਜ ਕਹਿਣ ਲੱਗੇ ਇਹੋ ਜਿਹੇ ਸਿੱਖਾਂ ਦੀ ਸਾਨੂੰ ਲੋੜ ਵੀ ਕੋਈ ਨਹੀਂ, ਜਿਹੜੇ ਸਿਰਫ ਸੰਸਾਰੀ ਸੁੱਖ ਦੇ ਹੀ ਭਾਈਵਾਲ ਵਾ, ਤੇ ਇਸ ਤਰ੍ਹਾਂ ਦਾ ਜਦੋਂ ਕਿਤੇ ਸਮਾਂ ਬਣਦਾ ਹੈ ਤੇ ਫਿਰ ਘਬਰਾਉਂਦੇ ਆ। ਇਹੋ ਜਿਹੇ ਸਿੱਖਾਂ ਦੀ ਸਾਨੂੰ ਲੋੜ ਕੋਈ ਨਹੀਂ। ਉਹ ਬਦਾਵਾ ਲਿਖ ਕੇ ਦੇ ਦਿੱਤਾ ਵੀ ਸਾਡਾ ਗੁਰੂ ਜੀ ਉੱਤੇ ਕੋਈ ਦਾਵਾ ਨਹੀਂ। ਹੁਣ ਇਹਨਾਂ ਦੇ ਵਿੱਚ ਹੀ ਜਿਹੜੇ ਪ੍ਰੇਮੀ ਸੀ, ਕਿਉਂਕਿ ਉਹ ਤਾਂ ਪਿੱਛੇ ਸੀ, ਸੁਭਾਵਿਕ ਹੀ ਆ ਜਿਹੜੇ ਆਗੂ ਹੁੰਦੇ ਆ ਗੱਲਬਾਤ ਉਹੀ ਕਰਦੇ ਆ, ਆਮ ਬੰਦਿਆਂ ਨੂੰ ਕਿੱਥੇ ਅੱਗੇ ਲੱਗਣ ਦਿੰਦੇ। ਉਹ ਮੋਹਤਬਾਰ ਜਿਹੜੇ ਰਾਜਨੀਤਿਕ ਬੰਦੇ ਸੀਗੇ, ਆਗੂ ਸੀ, ਪੰਚ ਸਰਪੰਚ ਨੰਬਰਦਾਰ ਸੀ, ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਬਦਾਵਾ ਲਿਖ ਕੇ ਉੱਥੇ ਦਿੱਤਾ। ਜਿਹੜੇ ਬਾਕੀ ਸ਼ਰਧਾਲੂ ਪ੍ਰੇਮੀ ਸੀ ਉਹ ਪਿੱਛੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਤਾਂ ਬਦਾਵਾ ਲਿਖ ਦਿੱਤਾ, ਸਾਰਾ ਮਾਝਾ ਸਾਰਾ ਇਲਾਕਾ ਇਹ ਸਿੱਖੀ ਤੋਂ ਖਾਰਜ ਕਰ ਦਿੱਤਾ। ਉਂਝ ਕਈਆਂ ਗੁਰਮੁਖਾਂ ਨੇ ਐਸਾ ਵੀ ਖਿਆਲ ਦਿੱਤਾ ਹੈ ਵੀ ਇਕੱਲੇ ਮਾਝੇ ਦੀ ਪੰਚਾਇਤ ਨਹੀਂ ਸੀ, ਹੋਰ ਵੀ ਇਲਾਕਿਆਂ ਦੇ ਇਹ ਜਿਹੜੇ ਸੀ ਪੰਚਾਇਤ ਦੇ ਆਗੂ ਬੰਦੇ ਸਨ ਉਸ ਵੇਲੇ ਬਦਾਵਾ ਲਿਖਣ ਵਾਲੇ। ਤਾਂ ਬਦਾਵਾ ਸਾਧ ਸੰਗਤ ਜੀ ਪਹਿਲਾਂ ਅਨੰਦਪੁਰ ਸਾਹਿਬ ਦੇ ਵਿੱਚ ਵੀ ਲਿਖਿਆ ਗਿਆ ਹੈ, ਭੁੱਖ ਤੋਂ ਤੰਗ ਆ ਕਰਕੇ, ਪਰ ਉਹਨਾਂ ਦਾ ਜ਼ਿਕਰ ਆਇਆ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ। ਮਹਾਰਾਜ ਨੇ ਬਚਨ ਕੀਤਾ ਸੀ 8 ਦਿਨ ਕੱਢ ਲਓ, ਸਭ ਸੁੱਖ ਆਰਾਮ ਤੇ ਸਭ ਪ੍ਰਕਾਰ ਦਾ ਭੋਜਨ ਮਿਲੇਗਾ। ਪਰ ਸਿੰਘ ਉਸ ਵੇਲੇ ਵੀ ਕਾਲੇ ਪਏ ਸੀ, ਤੇ ਫਿਰ ਗਰੀਬ ਨਵਾਜ ਨੇ ਬਚਨ ਕੀਤਾ ਸੀ ਸ਼ਹੀਦੀਆਂ ਪਾਉਣੀਆਂ ਪੈਣਗੀਆਂ। ਤੇ ਉਹ 13 ਪੋਹ ਤੱਕ ਉਹ ਜਿੰਨੇ ਅਨੰਦਪੁਰ ਸਾਹਿਬ ਜਦੋਂ ਛੱਡਿਆ ਸੀ, ਉੱਥੇ ਜਿਨ੍ਹਾਂ ਨੇ ਲਿਖਿਆ ਸੀ ਉਹ ਸਾਰੇ ਸਿੰਘ ਸ਼ਹੀਦ ਹੋ ਗਏ ਸੀ, ਉਹਨਾਂ ਚੋਂ ਕੋਈ ਬਚ ਕੇ ਨਹੀਂ ਸੀ ਆਇਆ। ਐਸਾ ਇਤਿਹਾਸ ਵਿੱਚ ਆਇਆ। ਉਹਦੇ ਤੋਂ ਪਹਿਲਾਂ ਜਦੋਂ ਕੇਸਰੀ ਚੰਦ ਨੇ ਆਨੰਦਗੜ੍ਹ ਕਿਲੇ ਤੇ ਹਮਲਾ ਕੀਤਾ ਸੀ, ਹਾਥੀ ਨੂੰ ਤਵੀਆਂ ਬੰਨ੍ਹ ਕੇ ਹਜ਼ਾਰਾਂ ਫੌਜਾਂ ਦੇ ਨਾਲ, ਉਦੋਂ ਮਹਾਰਾਜ ਨੇ ਆਖਿਆ ਸੀ ਵੀ ਸਾਡਾ ਵੀ ਦੁਨੀ ਚੰਦ ਹਾਥੀ ਹੈ, ਇਹ ਹਾਥੀ ਦਾ ਮੁਕਾਬਲਾ ਕਰੇਗਾ। ਤੇ ਉਹ ਦੁਨੀ ਚੰਦ ਜਿਹਨੇ ਅੰਮ੍ਰਿਤ ਨਹੀਂ ਸੀ ਹਾਲੇ ਛਕਿਆ, ਉਹ ਘਬਰਾ ਗਿਆ ਸੀ ਤੇ ਨਾਲ ਦੀਆਂ ਸਾਥੀਆਂ ਨੂੰ ਆਖਿਆ ਵੀ ਹਾਥੀ ਦਾ ਮੁਕਾਬਲਾ ਮੈਂ ਕਿੱਥੇ ਕਰ ਸਕਦਾ, ਮੈਨੂੰ ਕੰਧ ਤੋਂ ਟਪਾਓ। ਤੇ ਉਹ ਰੱਸਾ ਬੰਨ੍ਹ ਕੇ ਜਦੋਂ ਕੰਧ ਤੋਂ ਟਪਾਇਆ, ਮੋਟਾ ਬੜਾ ਸੀ, ਰੱਸ ਨੂੰ ਬੜਾ ਚੁੱਕਦਾ ਹੁੰਦਾ ਸੀ ਕਹਿੰਦੇ, ਤਾਂ ਉਹ ਰੱਸਾ ਟੁੱਟ ਗਿਆ ਤੇ ਥੱਲੇ ਡਿੱਗਾ ਤੇ ਨਾਲ ਹੀ ਲੱਤ ਟੁੱਟ ਗਈ। ਫਿਰ 200 ਬੰਦਾ ਉਹਦੇ ਨਾਲ ਹੋਰ ਉਹਨੇ ਬੇਮੁਖ ਕਰਕੇ ਨਾਲ ਲੈ ਗਿਆ ਸੀ। ਉਹਨੂੰ ਮੰਜੀ ਤੇ ਪਾ ਕੇ ਤੇ ਲੈ ਕੇ ਗਏ ਤੇ ਘਰੇ ਜਾ ਕੇ ਸੱਪ ਲੜ ਗਿਆ ਤੇ ਮਰ ਗਿਆ। ਉਹ ਇਸ ਤਰ੍ਹਾਂ ਬੇਮੁਖ ਹੋ ਕੇ ਗਏ ਸਨ। ਜਿਨ੍ਹਾਂ ਨੇ ਬਾਅਦ ਵਿੱਚ ਘੇਰੇ ਦੇ ਵਿੱਚ ਅਨੰਦਪੁਰ ਸਾਹਿਬ ਲਿਖਿਆ ਸੀ ਬਦਾਵਾ, ਉਹ ਤਾਂ ਸ਼ਹੀਦੀਆਂ ਪਾ ਗਏ ਸਨ।
ਤਾਂ ਕਹਿੰਦੇ ਹਨ ਗੁਰਮੁਖ ਵੀ ਜਿਹੜੀ ਇਹ ਪੰਚਾਇਤ ਆਈ ਸੀ ਇਹਦੇ ਵਿੱਚ ਆਪਣੇ ਆਪ ਨੂੰ ਬਖਸ਼ਾਉਣ ਵਾਲੇ ਉਹ ਵੀ ਆਏ ਹੋਏ ਸਨ ਕਈ, ਜਿਹੜੇ ਦੁਨੀ ਚੰਦ ਨਾਲ ਉਸ ਮੌਕੇ ਤੇ ਭੱਜ ਕੇ ਗਏ ਸੀ। ਹੁਣ ਜਦੋਂ ਇਹਨਾਂ ਬਦਾਵਾ ਲਿਖ ਦਿੱਤਾ ਰਾਮੇ ਵਾਲੇ ਪਿੰਡ ਦੇ ਵਿੱਚ, ਜਿਹੜੇ ਪ੍ਰੇਮੀ ਸਿੰਘ ਸਨ, ਪਿੱਛੇ ਖਲੋਤੇ ਸਨ ਭਾਈ ਮਹਾ ਸਿੰਘ ਜੀ ਵਰਗੇ, ਮਾਈ ਭਾਗ ਕੌਰ ਜੀ, ਉਹਨਾਂ ਨੇ ਆਖਿਆ ਵੀ ਇਹ ਤਾਂ ਤੁਸੀਂ ਬਹੁਤ ਵੱਡਾ ਪਾਪ ਕਰ ਦਿੱਤਾ, ਬਹੁਤ ਵੱਡਾ ਅਪਰਾਧ ਕਰ ਦਿੱਤਾ, ਬੜੀ ਵੱਡੀ ਗਲਤੀ ਕਰ ਦਿੱਤੀ, ਸਾਰਿਆਂ ਨੂੰ ਹੀ, ਸਾਰੇ ਇਲਾਕੇ ਨੂੰ ਹੀ ਸਿੱਖੀ ਤੋਂ ਖਾਰਜ ਕਰ ਦਿੱਤਾ, ਸਿੱਖੀ ਦੀ ਸਾਂਝ ਹੀ ਤੋੜ ਦਿੱਤੀ ਗੁਰੂ ਜੀ ਨਾਲੋਂ। ਆਓ ਬੇਨਤੀ ਕਰਕੇ ਮਹਾਰਾਜ ਤੋਂ ਬਦਾਵਾ ਪੜਵਾਈਏ। ਜਦੋਂ ਭਾਈ ਮਹਾ ਸਿੰਘ ਜੀ ਨੇ ਲਲਕਾਰ ਪਾਈ, ਫਿਰ 1 ਨਿਕਲਿਆ, 2 ਨਿਕਲੇ, 3 ਨਿਤਰੇ, 4 ਨਿਕਲੇ, ਤੇ ਕਰਦਿਆਂ ਫਿਰ 40 ਸਿੰਘ ਹੋ ਗਏ। 40 ਸਿੰਘ, 41ਵੀਂ ਮਾਈ ਭਾਗ ਕੌਰ ਹੈ। ਤਾਂ ਉਸ ਮੌਕੇ ਤੇ ਫਿਰ ਜਦੋਂ ਅੱਗੇ ਗਏ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਰਾਮੇ ਵਾਲੇ ਪਿੰਡ ਤੋਂ ਅੱਗੇ ਕੂਚ ਕਰ ਦਿੱਤਾ। ਇਹ ਪਿੱਛੇ ਪਿੱਛੇ ਸਤਿਗੁਰੂ ਜੀ ਅੱਗੇ ਜਾ ਰਹੇ। ਖਦਰਾਣੇ ਦੀ ਢਾਬ ਤੇ ਜਦੋਂ ਪਹੁੰਚੇ, ਖਦਰਾਣੇ ਦੀ ਢਾਬ ਸੁੱਕੀ ਹੋਈ ਹੈ, ਜਿਹਦੇ 'ਚ ਪਹਿਲਾਂ ਕਦੀ ਪਾਣੀ ਹੁੰਦਾ ਸੀ ਬਰਸਾਤੀ ਦਿਨਾਂ ਵਿੱਚ। ਨਾਲ ਦੇ ਬਰਾੜ ਸਿੱਖਾਂ ਨੇ ਆਖਿਆ ਮਹਾਰਾਜ ਆਪਾਂ ਨੂੰ ਇਹ ਨੀਵੀਂ ਥਾਂ ਹੈ ਢਾਬ ਵਾਲੀ, ਤੇ ਆਪਾਂ ਨੂੰ ਉੱਚੀ ਥਾਂ ਤੇ ਚਲੇ ਜਾਣਾ ਚਾਹੀਦਾ ਹੈ, ਕਿਉਂਕਿ ਦੁਸ਼ਮਣ ਜਦੋਂ ਨੀਵੇਂ ਥਾਂ ਤੇ ਆਵੇਗਾ ਤੇ ਉੱਚੇ ਥਾਂ ਤੋਂ ਮਹਾਰਾਜ ਜ਼ਿਆਦੀ ਮਾਰ ਪਾਵਾਂਗੇ ਉਹਨਾਂ ਨੂੰ। ਅੱਗੇ ਚਲੇ ਜਾਂਦੇ ਸਤਿਗੁਰੂ ਜੀ, ਅੱਗੇ ਟਿੱਬੀ ਹੈ, ਉਸ ਟਿੱਬੀ ਤੇ ਜਾ ਕੇ ਠਹਿਰ ਜਾਂਦੇ ਸਿੰਘਾਂ ਦੇ ਸਮੇਤ। ਪਿਛਲੇ ਪਾਸੇ ਜੰਗਲੀ ਇਲਾਕਾ ਹੈ, ਟਿੱਬੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਰੁਕ ਜਾਂਦੇ ਆ ਵੀ ਫੌਜ ਆਵੇਗੀ, ਇੱਥੋਂ ਮੁਕਾਬਲਾ ਕੀਤਾ ਜਾਵੇਗਾ। ਇਹ ਜਿਹੜੇ 40 ਸਿੰਘ ਹਨ, ਇਹ ਸਾਧ ਸੰਗਤ ਜੀ ਉੱਥੇ ਖਦਰਾਣੇ ਦੀ ਢਾਬ ਤੇ ਪਹੁੰਚ ਜਾਂਦੇ। 41ਵੀਂ ਮਾਈ ਭਾਗ ਕੌਰ ਹੈ, ਭਾਈ ਮਹਾ ਸਿੰਘ ਦੇ ਸਾਥੀ। ਇਹਨਾਂ ਨੇ ਆਖਿਆ ਵੀ ਹੁਣ ਬੇਨਤੀ ਕਰਨ ਦਾ ਸਮਾਂ ਤੇ ਗਿਆ ਸਿੰਘੋ ਲੰਘ, ਹੁਣ ਪਿੱਛੋਂ ਆ ਰਹੀ ਆ ਵਜੀਦ ਖਾਂ ਦੀ ਫੌਜ, ਸਰਹੰਦ ਦੇ ਸੂਬੇ ਦੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਤੇ ਹੁਣ ਆਪਾਂ ਇਹ ਫੌਜ ਨੂੰ ਗੁਰੂ ਸਾਹਿਬ ਜੀ ਦੇ ਪਾਸ ਨਹੀਂ ਜਾਣ ਦੇਣਾ। ਇਹ ਫੌਜ ਨਾ ਅੱਗੇ ਜਾਵੇ, ਇਹਦਾ ਡਟ ਕੇ ਮੁਕਾਬਲਾ ਕਰੀਏ ਫੌਜ ਦਾ। ਇੱਥੇ ਜੇ ਤਾਂ ਜਿਉਂਦੇ ਰਹੇ ਤੇ ਗੁਰੂ ਜੀ ਅੱਗੇ ਬੇਨਤੀ ਕਰਕੇ ਬਦਾਵਾ ਪੜਵਾਵਾਂਗੇ, ਤੇ ਜੇ ਸ਼ਹੀਦ ਹੋ ਗਏ ਤੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਅੰਤਰਜਾਮੀ ਆਪੇ ਕਿਰਪਾ ਕਰਕੇ ਬਖਸ਼ ਦੇਣਗੇ। ਫਿਰ ਉਹ ਨੀਵਾਂ ਥਾਂ ਜੋ ਖਦਰਾਣੇ ਦੀ ਢਾਬ ਸੀ, ਉੱਥੇ ਫਿਰ ਇਹ ਗੁਰੂ ਕੇ ਸਿੰਘਾਂ ਨੇ ਆਪਣੇ ਲੱਕਾਂ ਨਾਲ ਚਾਦਰਾਂ ਦੇ ਲਾਏ ਹੋਏ ਕਮਰ ਕੱਸੇ ਉਹ ਖੋਲ ਕਰਕੇ ਝਾੜੀਆਂ ਦੇ ਉੱਤੇ ਪਾਏ, ਮਲਿਆਂ ਬੇਰੀਆਂ ਦੇ ਉੱਤੇ ਪਾਏ। ਤੇ ਪੁਰਾਣੇ ਸਿੰਘ ਜਿਹੜੇ ਸੀ ਉਹ ਦੂਸਰਾ ਕਸ਼ਹਿਰਾ ਜਿਹੜਾ ਸੀ ਉਹ ਕਮਰ ਕੱਸੇ ਰੱਖਿਆ ਕਰਦੇ ਸਨ ਵੀ ਹਨੇਰਾ ਸਵੇਰਾ ਹੋ ਜਾਵੇ, ਕਿਤੇ ਠਹਿਰ ਨਾ ਪਵੇ, ਤੇ ਫਿਰ ਅੰਮ੍ਰਿਤ ਵੇਲੇ ਦਾ ਇਸ਼ਨਾਨ ਤੇ ਕਰਨਾ ਹੈ ਨਾ। ਇਸ ਕਰਕੇ ਇੱਕ ਤਾਂ ਤੇੜ ਪਾਇਆ ਹੀ ਹੋਇਆ ਕਸ਼ਹਿਰਾ, ਦੂਜਾ ਲੱਕ ਨਾਲ ਥੱਲੇ, ਚੋਲੇ ਦੇ ਥੱਲੇ ਲੱਕ ਨੂੰ ਕਮਰ ਕੱਸਾ ਲਾ ਕੇ ਰੱਖਦੇ ਸਨ। ਉਹ ਆਪਣੇ ਕਸ਼ਹਿਰੇ ਦੂਜੇ ਜਿਹੜੇ ਸਨ ਉਹ ਵੀ ਖੋਲ ਕਰਕੇ ਝਾੜੀਆਂ ਦੇ ਉੱਤੇ ਪਾਏ ਕਿ ਜਿਹੜੀ ਇਹ ਦੁਸ਼ਮਣ ਦੀ ਫੌਜ ਆ ਰਹੀ, ਉਹਨਾਂ ਨੂੰ ਇਸ ਤਰ੍ਹਾਂ ਪ੍ਰਤੀਤ ਹੋਵੇ ਵੀ ਅੱਗੇ ਤੰਬੂ ਲੱਗੇ ਪਏ ਆ, ਅੱਗੇ ਖਾਲਸੇ ਦੀ ਛਾਉਣੀ ਲੱਗੀ ਪਈ ਆ, ਅੱਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਖਾਲਸਾ ਉਤਰਿਆ ਪਿਆ ਹੈ। ਤਾਂ 40 ਸੀ ਗਿਣਤੀ ਦੇ ਵਿੱਚ ਸਿੰਘ, 41ਵੀਂ ਮਾਈ ਸੀ ਭਾਗ ਕੌਰ। ਉਹ ਚਾਦਰੇ ਪਾਏ, ਉਹ ਤੰਬੂ ਪ੍ਰਤੀਤ ਹੋਣ। ਗਰਮੀ ਦੀ ਰੁੱਤ ਹੈ, ਵਿਸਾਖ ਦਾ ਮਹੀਨਾ ਹੈ। ਜਦੋਂ ਸਰਹੰਦ ਦਾ ਸੂਬਾ ਵਜੀਦ ਖਾਂ ਫੌਜ ਲੈ ਕਰਕੇ ਨੇੜੇ ਆਇਆ ਤੇ ਸਿੰਘਾਂ ਨੇ ਫਿਰ ਉਸ ਖਦਰਾਣੇ ਦੀ ਢਾਬ ਵਿੱਚੋਂ ਨਿਕਲ ਕੇ ਬਾਹਰ, ਬੇਰੀਆਂ ਦੇ ਥੱਲਿਓਂ ਬਾਹਰ ਨਿਕਲ ਕੇ ਜੂਝ ਕੇ ਮੁਕਾਬਲਾ ਕੀਤਾ। ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ, ਕਈ ਸਿੰਘ ਉਸ ਵੇਲੇ ਚੰਡੀ ਦੇ ਪਾਠ ਕਰ ਰਹੇ ਸਨ ਆਪਣੀ ਰਸਨਾ ਤੋਂ। ਕਿੰਨੀ ਬਾਣੀ ਗੁਰੂ ਕੇ ਸਿੰਘਾਂ ਨੂੰ ਕੰਠ ਹੋਵੇਗੀ। ਕਈ ਭਗਉਤੀ ਕੀ ਵਾਰ ਦਾ ਪਾਠ, ਚੰਡੀ ਦੀ ਵਾਰ ਦਾ ਪਾਠ ਕਰ ਰਹੇ ਹਨ। ਇਸੇ ਪ੍ਰਕਾਰ ਕਈ ਚੰਡੀ ਚਰਿੱਤਰ ਬਾਣੀ ਪੜ੍ਹ ਰਹੇ ਸਨ, ਕਈ ਹੋਰ ਗੁਰੂ ਕੀ ਬਾਣੀ, ਕੋਈ ਮੂਲ ਮੰਤਰ, ਕੋਈ ਗੁਰਮੰਤਰ ਦਾ ਜਾਪ ਰਸਨਾ ਤੇ ਕਰ ਰਿਹਾ ਸੀ। ਤੇ ਬਾਹਰ ਨਿਕਲ ਕਰਕੇ ਉਹ ਦੁਸ਼ਮਣ ਦੇ ਦਲ ਦੇ ਉੱਤੇ ਟੁੱਟ ਕੇ ਪਏ। ਉਹਨਾਂ ਨੇ ਤੁਰਕਾਂ ਦੀ ਫੌਜ ਦੇ ਆਹੂ ਲਾਏ, ਇੱਕ ਸਿੰਘ ਅਨੇਕਾਂ ਨੂੰ ਮਾਰ ਕੇ ਸ਼ਹੀਦ ਹੋਇਆ ਖਦਰਾਣੇ ਦੀ ਢਾਬ ਤੇ। ਜਿਸ ਵੇਲੇ ਇਹ ਯੁੱਧ ਹੋਇਆ, ਬਹੁਤੀ ਫੌਜ ਵਜੀਦ ਖਾਂ ਸਰਹੰਦ ਦੇ ਸੂਬੇ ਦੀ ਮਾਰ ਦਿੱਤੀ, ਸਿੰਘ ਆਪ ਵੀ ਸ਼ਹੀਦੀਆਂ ਪਾ ਗਏ। ਉਸ ਵੇਲੇ ਕੋਟਕਪੂਰੇ ਵਾਲੇ ਕਪੂਰੇ ਨੂੰ, ਚੌਧਰੀ ਨੂੰ
ਜਿਹੜਾ ਨਾਲ ਆਇਆ ਸੀ ਰਸਤਾ ਦੱਸਦਾ ਹੋਇਆ, ਅੰਦਰੋਂ ਭਾਵੇਂ ਗੁਰੂ ਸਾਹਿਬ ਨਾਲ ਪ੍ਰੇਮ ਰੱਖਦਾ ਸੀ ਕੁਝ, ਪਰ ਉਤੋਂ ਤੁਰਕਾਂ ਤੋਂ ਡਰਦਾ ਹੋਇਆ ਉਹਨਾਂ ਦੀ ਮਦਦ ਕਰਦਾ ਸੀ। ਵਿੱਚੋਂ ਕੁਝ ਗੁਰੂ ਸਾਹਿਬ ਨਾਲ ਵੀ ਹਮਦਰਦੀ ਰੱਖਦਾ ਸੀ। ਵਜੀਦ ਖਾਨ ਨੇ ਪੁੱਛਿਆ ਕਿ ਕਪੂਰਿਆ ਚੌਧਰੀਆ, ਮੇਰੀ ਫੌਜ ਬਹੁਤ ਹੀ ਪਿਆਸੀ ਮਰ ਰਹੀ ਹੈ, ਜਿਹੜੇ ਜ਼ਖਮੀ ਹੋ ਗਏ ਉਹ ਵੀ ਪਾਣੀ ਮੰਗ ਰਹੇ ਹਨ, ਇਸ ਕਰਕੇ ਪਾਣੀ ਕਿੱਥੇ ਮਿਲੇਗਾ? ਇਹਨੇ ਆਖਿਆ, ਸੂਬਾ ਸਾਹਿਬ ਅੱਗੇ 30 ਕੋਹਾਂ ਦੀ ਦੂਰੀ ਤੇ ਪਿੱਛੇ 10 ਕੋਹਾਂ ਦੀ ਦੂਰੀ ਤੇ, ਅੱਗੇ 30 ਕੋਹ ਜਾਣਾ ਪਵੇਗਾ, ਪਿੱਛੇ ਛੇਤੀ ਮਿਲ ਜਾਵੇਗਾ ਪਾਣੀ। ਸਰਹੰਦ ਦੇ ਸੂਬੇ ਨੇ ਆਖਿਆ ਫਿਰ ਪਿਛਾਂਹ ਜਾਣਾ ਚਾਹੀਦਾ ਹੈ। ਜਿਹੜੇ ਇੱਥੇ ਮਾਰੇ ਗਏ ਆ ਸਿਪਾਹੀ, ਉਹਨਾਂ ਨੂੰ ਦਬਾ ਦਈਏ ਤੇ ਜਿਹੜੇ ਫੱਟੜ ਹੋਏ ਉਹਨਾਂ ਨੂੰ ਚੁੱਕ ਕੇ ਵਾਪਸ ਲੈ ਜਾਈਏ। ਜਿਹੜੇ ਸਿਪਾਹੀ ਇੱਥੇ ਸ਼ਹੀਦ ਹੋ ਗਏ ਆ ਮੇਰੀ ਫੌਜ ਦੇ, ਉਹਨਾਂ ਨੂੰ ਮਿੱਟੀ ਵਿੱਚ ਦੱਬ ਦਿੱਤਾ ਜਾਵੇ। ਕਪੂਰੇ ਨੇ ਆਖਿਆ, ਸੂਬਾ ਸਾਹਿਬ ਜੇ ਜ਼ਖਮੀਆਂ ਨੂੰ ਚੁੱਕਣ ਲੱਗੇ, ਮੁਰਦਿਆਂ ਨੂੰ ਦਫਨਾਉਣ ਲੱਗੇ ਤੇ ਜਿਹੜੀ ਰਹਿੰਦੀ ਫੌਜ ਉਹ ਵੀ ਮਾਰੀ ਜਾਵੇਗੀ, ਵਾਪਸ ਮੁੜਨਾ ਚਾਹੀਦਾ। ਛੇਤੀ ਦੇ ਨਾਲ ਫਿਰ ਵਾਪਸ ਫੌਜ ਮੋੜੀ, ਜ਼ਖਮੀ ਵੀ ਉੱਥੇ ਛੱਡ ਦਿੱਤੇ ਤੇ ਮੁਰਦਿਆਂ ਨੂੰ ਤਾਂ ਕਿੰਨੇ ਚੁੱਕਣਾ ਸੀ। ਫਿਰ ਪਿਛਾਂਹ ਲੈ ਕੇ ਚਲੇ ਗਿਆ ਸਰਹੰਦ ਦਾ ਸੂਬਾ ਫੌਜ। ਬੜੀ ਕਰਾਰੀ ਹਾਰ ਹੋਈ ਉਸ ਵੇਲੇ। ਉਹ ਉੱਚੀ ਟਿੱਬੀ ਦੇ ਉੱਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਤੀਰ ਚਲਾਉਂਦੇ ਰਹੇ ਸਨ ਜਦੋਂ ਇਹਨਾਂ 40 ਨੇ ਮੁਕਾਬਲਾ ਕੀਤਾ। ਜਦੋਂ ਸਾਰੀ ਫੌਜ ਜਿੰਨੀ ਜਿਉਂਦੀ ਸੀ ਸਰਹੰਦ ਦਾ ਸੂਬਾ ਲੈ ਕੇ ਪਿਛਾਂਹ ਚਲੇ ਗਿਆ, ਕਲਗੀਧਰ ਪਾਤਸ਼ਾਹ ਮਹਾਰਾਜ ਛੇਤੀ ਨਾਲ ਆਪਣੇ ਘੋੜੇ ਤੇ ਸਵਾਰ ਹੋਏ। ਜਦੋਂ ਮਹਾਰਾਜ ਘੋੜੇ ਤੇ ਸਵਾਰ ਹੋਏ ਆ ਤੇ ਉਹ ਰਕਾਬ ਵੀ ਟੁੱਟੀ ਉੱਥੇ ਮਹਾਰਾਜ ਸਾਹਿਬ ਜੀ ਦੀ ਰਕਾਬ ਟੁੱਟੀ ਹੈ, ਜਿਹਦੇ 'ਚ ਪੈਰ ਰੱਖ ਕਰਕੇ ਤਾਂ ਚੜੀ ਦਾ ਘੋੜੇ ਉੱਤੇ ਚੜ੍ਹ ਕੇ ਤੇ ਦੋਵੇਂ ਪਾਸੇ ਰਕਾਬਾਂ 'ਚ ਪੈਰ ਰੱਖੀਦਾ, ਉਹ ਇੱਕ ਰਕਾਬ ਵੀ ਉੱਥੇ ਟੁੱਟੀ ਜਦੋਂ ਛੇਤੀ ਨਾਲ ਮਹਾਰਾਜ ਘੋੜੇ ਤੇ ਸਵਾਰ ਹੋਏ। ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਸੋਭਾ ਪਾਉਂਦਾ ਹੈ। ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਇੱਕ ਹੋਰ ਵੀ ਵਿਚਾਰ ਦਿੱਤੀ। ਉਹ ਕਹਿੰਦੇ ਜਿੱਥੇ ਰਕਾਬ ਦਾ ਜ਼ਿਕਰ ਆਉਂਦਾ ਹੈ ਉੱਥੇ ਇੱਕ ਵਿਸ਼ੇਸ਼ ਜੰਗ ਕਰਨ ਵਾਲੇ ਦਸਤੇ ਦਾ ਨਾਮ ਵੀ ਰਕਾਬ ਹੁੰਦਾ ਹੈ ਕਿ ਇੱਥੇ ਮਹਾਰਾਜ ਸਾਹਿਬ ਜੀ ਦੇ ਉਹ ਜੁਝਾਰੂ ਸਿੰਘ ਵੀ ਸਨ ਜਿਹਨੂੰ ਰਕਾਬ ਕਿਹਾ ਜਾਂਦਾ ਸੀ। ਇਸ ਕਰਕੇ ਉੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਹੈ। ਟਿੱਬੀ ਸਾਹਿਬ ਤੇ ਵੀ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਸੋਭਾ ਪਾਉਂਦਾ। ਛੇਤੀ ਨਾਲ ਘੋੜੇ ਤੇ ਸਵਾਰ ਹੋ ਕਰਕੇ ਖਿਦਰਾਣੇ ਦੀ ਢਾਬ ਤੇ ਨੀਵੀਂ ਥਾਂ ਤੇ ਆਉਂਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੋੜੇ ਤੋਂ ਉਤਰਦੇ ਆ। ਤੁਰਕਾਂ ਦੀ ਫੌਜ ਵੱਡੀ ਗਿਣਤੀ ਵਿੱਚ ਮਾਰੀ ਪਈ ਹੈ। ਕਈ ਫੱਟੜ ਰੋ ਕੁਰਲਾ ਰਹੇ, ਹਾਏ ਹਾਏ ਕਰ ਰਹੇ। ਉਸ ਵੇਲੇ ਆਪਣੇ ਸ਼ਹੀਦ ਹੋਏ ਕੱਲੇ ਕੱਲੇ ਸਿੰਘ ਦੇ ਪਾਸ ਮਹਾਰਾਜ ਜਾਂਦੇ ਆ ਤੇ ਜਿਹੜਾ ਖੂਨ ਨਾਲ ਲੱਥ-ਪੱਥ ਹੋਇਆ ਪਿਆ ਹੈ ਤੇ ਚਿਹਰੇ ਦੇ ਉੱਤੇ ਗਰਦ ਪਈ ਹੈ, ਘੱਟਾ ਮਿੱਟੀ ਧੂੜ ਪਈ ਹੋਈ ਹੈ, ਸਿੰਘ ਦੇ ਪਾਸ ਬੈਠਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਆਪਣੇ ਚੋਲੇ ਦਾ ਪੱਲਾ ਲੈ ਕਰਕੇ ਸਿੰਘ ਦਾ ਚਿਹਰਾ ਸਾਫ਼ ਕਰਦੇ ਆ। ਚਿਹਰਾ ਸਾਫ਼ ਕਰਕੇ ਤੇ ਬੜੇ ਪਿਆਰ ਦੇ ਨਾਲ ਮਹਾਰਾਜ ਸਾਹਿਬ ਜੀ ਫਿਰ ਬਖਸ਼ਿਸ਼ਾਂ ਕਰਦੇ ਆ। ਕਹਿੰਦੇ ਆ ਇਹ ਮੇਰਾ 5000 ਸਿੰਘ। ਦੂਜੇ ਕੋਲੇ ਚਲੇ ਜਾਂਦੇ ਆ, ਕਹਿੰਦੇ ਆ ਇਹ ਮੇਰਾ 10,000 ਸਿੰਘ। ਉੱਠ ਕੇ ਤੀਜੇ ਕੋਲੇ ਜਾਂਦੇ, ਉਹਦਾ ਚਿਹਰਾ ਸਾਫ਼ ਕਰਦੇ ਆ, ਕਹਿੰਦੇ ਇਹ ਮੇਰਾ 10,000 ਸਿੰਘ, ਇਹ 20,000 ਸਿੰਘ। ਉਦੋਂ ਅੱਗੇ ਚਲੇ ਜਾਂਦੇ, ਕਹਿੰਦੇ ਆ ਇਹ 30,000 ਸਿੰਘ। ਹੋਰ ਅੱਗੇ ਜਾਂਦੇ, ਕਹਿੰਦੇ ਇਹ ਮੇਰਾ ਇਹਦੀ ਲੱਖਾਂ ਦੀ ਸਰਦਾਰੀ ਹੋਵੇਗੀ। ਤੋ ਐਸੇ ਵਰਦਾਨ ਦੇ ਰਿਹਾ ਗਰੀਬ ਨਵਾਜ਼, ਲੋਕ ਤੇ ਪ੍ਰਲੋਕ ਦਾ ਸੁੱਖ ਬਖਸ਼ਣ ਲੱਗੇ ਉਹਨਾਂ ਸ਼ਹੀਦ ਹੋਏ ਸਿੰਘਾਂ ਨੂੰ। ਇਤਿਹਾਸ ਕਹਿੰਦਾ ਹੈ ਗੁਰੂ ਕਲਗੀਧਰ ਪਾਤਸ਼ਾਹ ਦੇ ਨੇਤਰਾਂ ਦੇ ਵਿੱਚ ਕਦੀ ਜਲ ਨਹੀਂ ਆਇਆ। ਪਿਤਾ ਜੀ ਦੇ ਸੀਸ ਦਾ ਸੰਸਕਾਰ ਕੀਤਾ ਸੀ, ਉਦੋਂ ਨਹੀਂ ਨੇਤਰਾਂ 'ਚ ਜਲ ਆਇਆ। ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਸੀ, ਉਦੋਂ ਨਹੀਂ ਨੇਤਰਾਂ 'ਚ ਜਲ ਆਇਆ। ਕਿੰਨੇ ਸਿੰਘ ਹੋਰ ਸ਼ਹੀਦ ਹੋਏ ਸੀ, ਨੇਤਰਾਂ 'ਚ ਜਲ ਨਹੀਂ ਆਇਆ। ਪਰ ਅੱਜ ਇਹ ਖਿਦਰਾਣੇ ਦੀ ਢਾਬ ਤੇ ਜਿਹੜੇ ਸਿੰਘ ਸ਼ਹੀਦ ਹੋਏ ਪਏ ਆ, ਉਹਨਾਂ ਦਾ ਨਾਲੇ ਚਿਹਰਾ ਸਾਫ਼ ਕਰਦੇ ਆ ਤੇ ਨਾਲੇ ਨੇਤਰਾਂ ਵਿੱਚੋਂ ਅਸ਼ਰੂਪਾਤ ਹੋ ਰਹੇ, ਨੇਤਰਾਂ ਵਿੱਚੋਂ ਜਲ ਵਗ ਰਿਹਾ ਹੈ ਪਿਆਰ ਦਾ, ਸਿੰਘਾਂ ਦੇ ਪਿਆਰ ਦਾ। ਕਹਿਣ ਲੱਗੇ ਮੇਰੇ ਪਿਆਰੇ ਸਿੰਘਾਂ ਨੇ ਮੇਰੇ ਪਿਆਰ ਦੇ ਵਿੱਚ ਸ਼ਹੀਦੀਆਂ ਪਾਈਆਂ, ਮੇਰੇ ਪਿਆਰ ਦੇ ਵਿੱਚ ਆਪਣਾ ਖੂਨ ਡੋਲਿਆ, ਇਸ ਕਰਕੇ ਸਿੰਘ ਲੋਕ ਤੇ ਪ੍ਰਲੋਕ ਦਾ ਸੁੱਖ ਭੋਗਣਗੇ। ਇਹ ਦੁਨੀਆ ਦੇ ਵਿੱਚ ਇਹ 5000 ਫੌਜ ਦਾ ਇਹ ਜਥੇਦਾਰ ਜਰਨੈਲ ਬਣੇਗਾ ਮੇਰਾ ਸਿੰਘ। ਇਹ ਫੇਰ ਜਨਮ ਧਾਰੇਗਾ, ਇਹਦੀ ਕਮਾਨ ਹੇਠ 10,000 ਫੌਜ ਹੋਇਆ ਕਰੇਗੀ। ਇਹਦਾ 10,000 ਫੌਜ ਦਾ ਇਹ ਮਾਲਕ ਬਣ ਕੇ ਦੁਨੀਆ ਦਾ ਰਾਜ ਭਾਗ ਕਰਕੇ
ਤੇ ਇਹ ਫਿਰ ਸੱਚਖੰਡ ਵਿੱਚ ਜਾਵੇਗਾ। ਇਹਦੇ ਕੋਲੇ 20,000 ਫੌਜ ਹੋਵੇਗੀ, ਇਹਦੇ ਕੋਲੇ 30,000, ਇਹਦੇ ਕੋਲੇ ਇਹਦੀ ਕਮਾਨ ਹੇਠ ਲੱਖ ਫੌਜ ਹੋਇਆ ਕਰੇਗੀ। ਕੱਲੇ ਕੱਲੇ ਜਿੰਨਾ ਜਿੰਨਾ ਅੱਗੇ ਵੱਧ ਕੇ ਕਿਸੇ ਨੇ ਕੁਰਬਾਨੀ ਕੀਤੀ ਉਹਨੇ ਹੀ ਵਰਦਾਨ ਦਿੱਤੇ। ਇਹ ਫਿਰ ਸਿੰਘ ਜਨਮ ਧਾਰਨਗੇ ਔਰ ਸੰਸਾਰ ਦੇ ਵਿੱਚ ਇਹ ਰਾਜ ਭਾਗ ਕਰਨਗੇ, ਇਹ ਜਰਨੈਲ ਬਣਨਗੇ, ਫਿਰ ਇਹ ਮੇਰੀ ਪੁਰੀ ਵਿੱਚ ਗੁਰਪੁਰੀ ਵਿੱਚ ਆਉਣਗੇ। 20,000 30,000 ਇਸ ਕੀ ਹੋਏ ਲੱਖਣ ਸਰਦਾਰੀ, ਐਸੇ ਵਰਦਾਨ ਦਿੰਦੇ ਉਹਨਾਂ ਸ਼ਹੀਦ ਸਿੰਘਾਂ ਨੂੰ। ਤੇ ਇੱਕ ਫਿਰ ਉਹਨਾਂ 40 ਦੇ ਵਿੱਚ ਸਹਿ ਕਰਿਆ ਹੈ ਭਾਈ ਮਹਾਂ ਸਿੰਘ। ਬਹੁਤਾ ਫੱਟੜ ਹੋਇਆ ਪਿਆ ਹੈ, ਜ਼ਖਮੀ ਹੋਇਆ ਪਿਆ ਹੈ, ਖੂਨ ਬਹੁਤਾ ਵਗਿਆ ਪਿਆ ਹੈ, ਨੇਤਰ ਮੀਟੇ ਹੋਏ ਆ, ਧਰਤੀ ਤੇ ਲੇਟਿਆ ਹੋਇਆ ਹੈ, ਆਖਰੀ ਦਮਾਂ ਦੇ ਉੱਤੇ ਹੈ। ਇੱਕੋ ਹੀ ਅੰਦਰ ਭਾਵਨਾ ਸੀ, ਹੁਣ ਕਲਗੀਧਰ ਪਾਤਸ਼ਾਹ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਹੋ ਜਾਣ, ਆਖਰੀ ਸਮੇਂ ਤੇ ਦਰਸ਼ਨ ਹੋ ਜਾਣ ਤੇ ਕਿਰਪਾ ਹੋ ਜਾਵੇ ਗੁਰੂ ਕੀ। ਹੋਰ ਕੋਈ ਚਾਹਨਾ ਨਹੀਂ ਹੈ, ਹੋਰ ਕੋਈ ਇੱਛਾ ਨਹੀਂ ਹੈ। ਯਾਦ ਕਰ ਰਿਹਾ ਸੀ ਸਤਿਗੁਰੂ ਸਹਿਕ ਤੇ ਸਿੰਘ ਭਾਈ ਮਹਾਂ ਸਿੰਘ ਕੋਲੇ ਪਹੁੰਚ ਜਾਂਦੇ। ਗਰੀਬ ਨਵਾਜ ਵੀਰ ਆਸਨ ਬੈਠ ਕਰਕੇ ਤੇ ਭਾਈ ਮਹਾਂ ਸਿੰਘ ਜੀ ਦਾ ਸੀਸ ਚੁੱਕ ਕਰਕੇ ਆਪਣੇ ਗੋਡੇ ਤੇ ਰੱਖਦੇ ਆ ਤੇ ਬੋਲਦੇ ਆ, ਮਹਾਂ ਸਿੰਘ ਅਸੀਂ ਆ ਗਏ ਹਾਂ, ਨੇਤਰ ਖੋਲ ਕੇ ਦਰਸ਼ਨ ਕਰ ਲਾ। ਨੇਤਰ ਖੋਲ ਕੇ ਕਲਗੀਧਰ ਪਾਤਸ਼ਾਹ ਜੀ ਦੇ ਚਿਹਰੇ ਦੇ ਦਰਸ਼ਨ ਭਾਈ ਮਹਾਂ ਸਿੰਘ ਨੇ ਕੀਤੇ। ਮਹਾਰਾਜ ਬਹੁਤ ਹੀ ਖੁਸ਼ ਹੋਏ, ਕਹਿਣ ਲੱਗੇ, ਸਿੰਘੋ ਸਾਡੇ ਪਿਆਰ ਵਿੱਚ ਕੁਰਬਾਨੀ ਕੀਤੀ। ਭਾਈ ਮਹਾਂ ਸਿੰਘ ਅਸੀਂ ਤੁਹਾਡੇ ਤੇ ਬੜੇ ਪ੍ਰਸੰਨ ਆ। ਸਿੰਘਾ ਮੰਗ ਕੀ ਚਾਹਣਾ ਹੈ? ਜੋ ਕੁਝ ਲੋਕ ਦੇ ਸੁੱਖ ਚਾਹਣਾ ਹੈ ਉਹ ਦੇ ਦਿੰਨੇ ਆ, ਪਰਲੋਕ ਦੇ ਸੁੱਖ ਚਾਹਣਾ ਹੈ ਉਹ ਦੇ ਦਿੰਨੇ ਆ। 4 ਮੁਕਤੀਆਂ ਵਿੱਚੋਂ ਕਿਹੜੀ ਮੁਕਤੀ ਲੈਣਾ ਚਾਹਣਾ ਹੈ, ਮੁਕਤੀ ਦੇ ਦਿੰਦੇ ਹਾਂ। ਜੇ ਜੀਵਤ ਰਹਿਣਾ ਚਾਹਣਾ ਹੈ ਜਿਉਂਦਾ ਰੱਖ ਲੈਨੇ ਆ। ਬੇਅੰਤ ਬਚਨ ਕੀਤੇ। ਭਾਈ ਮਹਾਂ ਸਿੰਘ ਨੇ ਆਖਿਆ, ਮਹਾਰਾਜ ਆਪ ਜੀ ਨੇ ਦਰਸ਼ਨ ਦੇ ਦਿੱਤੇ, ਕੋਈ ਇੱਛਾ ਹੀ ਨਹੀਂ ਰਹਿ ਗਈ ਹੈ। ਅਖੀਰ ਬੇਨਤੀ ਕੀਤੀ, ਮਹਾਰਾਜ ਜੇ ਤੁਸੀਂ ਬਹੁਤੇ ਪ੍ਰਸੰਨ ਹੋਏ ਹੋ, ਜੋ ਸਿੱਖ ਭਰਾਵਾਂ ਨੇ ਮਹਾਰਾਜ ਬਦਾਵਾ ਲਿਖ ਕੇ ਦੇ ਦਿੱਤਾ, ਭੁੱਲ ਗਏ, ਆਪ ਕਿਰਪਾ ਕਰਕੇ ਉਹ ਬਦਾਵਾ ਪਾੜ ਕੇ ਤੇ ਸਿੱਖੀ ਦੀ ਟੁੱਟੀ ਹੋਈ ਸਾਂਝ ਗੰਢ ਲਓ। ਸਤਿਗੁਰੂ ਕਹਿਣ ਲੱਗੇ, ਜਿਹੜੀ ਟੁੱਟ ਗਈ ਉਹ ਨਖੁੱਟ ਗਈ, ਪਿਛਾਂਹ ਹਟ ਗਈ, ਡਰ ਕੇ ਮੁੜ ਗਈ, ਉਹ ਸਮਾਪਤ ਹੋ ਗਈ। ਭਾਈ ਮਹਾਂ ਸਿੰਘ ਆਪਣੇ ਵਾਸਤੇ ਕੁਝ ਮੰਗ। ਫਿਰ ਅਖੀਰ ਇਹੀ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਜੇ ਦਇਆ ਦੇ ਘਰ ਵਿੱਚ ਆਏ ਹੋ, ਬਖਸ਼ਿਸ਼ਾਂ ਕਰ ਰਹੇ ਹੋ ਤੇ ਬਦਾਵਾ ਪਾੜ ਕੇ ਟੁੱਟੀ ਹੋਈ ਮਹਾਰਾਜ ਸਿੱਖੀ ਦੀ ਸਾਂਝ ਗੰਢ ਲਓ। ਸਤਿਗੁਰੂ ਬਹੁਤੇ ਹੀ ਪ੍ਰਸੰਨ ਹੋਏ, ਡਾਢੇ ਹੀ ਖੁਸ਼ ਹੋਏ ਤੇ ਕਹਿਣ ਲੱਗੇ, ਵਾਹ ਖਾਲਸਾ, ਵਾਹ ਸਿੱਖੇ, ਧੰਨ ਸਿੱਖੇ। ਤੇ ਗਰੀਬ ਨਵਾਜ ਕਹਿਣ ਲੱਗੇ, ਐਸੇ ਮੇਰੇ ਸਿੰਘ, ਪਰਉਪਕਾਰੀ ਸਿੰਘ, ਧੰਨ ਸਿੱਖੇ। ਫਿਰ ਭਾਈ ਮਹਾਂ ਸਿੰਘ ਨੂੰ ਵਿਖਾ ਕਰਕੇ ਬਦਾਵੇ ਵਾਲਾ ਕਾਗਜ਼ ਮਹਾਰਾਜ ਨੇ ਟੁਕੜੇ ਟੁਕੜੇ ਕਰਕੇ, ਪੁਰਜਾ ਪੁਰਜਾ ਕਰਕੇ, ਪਾੜ ਕੇ ਲੀਰੋ ਲੀਰ ਕਰਕੇ ਸੁੱਟ ਦਿੱਤਾ। ਭਾਈ ਮਹਾਂ ਸਿੰਘ ਲੈ ਨਾਲੇ ਮੁੱਖ ਤੋਂ ਪੰਕਤੀ ਪੜੀ ਗਰੀਬ ਨਵਾਜ ਕਲਗੀਧਰ ਪਿਤਾ ਜੀ ਨੇ ਆਖਿਆ, ਟੂਟੀ ਗੰਢਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਟੁੱਟੀ ਹੋਈ ਇਹ ਸਾਂਝ ਭਾਈ ਮਹਾਂ ਸਿੰਘ ਤੇਰੇ ਬੇਨਤੀ ਕਰਨ ਤੋਂ ਅੱਜ ਗੰਢ ਲਈ ਹੈ, ਜੋੜ ਲਈ ਹੈ। ਹੁਣ ਸਾਰੇ ਇਲਾਕੇ ਦੇ ਵਿੱਚ ਮਹਾਨ ਯੋਧੇ ਸੂਰਮੇ ਸਿੱਖ ਪੈਦਾ ਹੋਇਆ ਕਰਨਗੇ। ਐਸੀਆਂ ਬਖਸ਼ਿਸ਼ਾਂ ਕੀਤੀਆਂ ਗਰੀਬ ਨਵਾਜ ਨੇ। ਆਖਿਆ, ਭਾਈ ਮਹਾਂ ਸਿੰਘ ਹੁਣ ਤੂੰ ਸਾਡੇ ਪੁਰੀ ਦੇ ਵਿੱਚ ਨਿਵਾਸ ਕਰ, ਸੱਚਖੰਡ ਜਾ ਸਿੰਘਾ। ਭਾਈ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੇ ਦੀਦਾਰ ਕਰਦੇ ਹੋਏ ਸਵਾਸ ਪੂਰੇ ਕੀਤੇ, ਚੜ੍ਹਾਈ ਕਰ ਗਏ, ਸ਼ਹੀਦੀ ਪਾ ਗਏ ਭਾਈ ਮਹਾਂ ਸਿੰਘ। ਨਾਲ ਦੇ ਸਾਥੀ ਬਰਾੜ ਸਿੱਖਾਂ ਨੂੰ ਆਖਿਆ ਮਹਾਰਾਜ ਨੇ ਵੀ ਸ਼ਹੀਦ ਹੋਏ ਸਿੰਘਾਂ ਦੇ ਸਰੀਰ ਇਕੱਤਰ ਕਰੋ। ਜਦੋਂ ਇੱਕ ਥਾਂ ਤੇ ਇਕੱਠੇ ਕੀਤੇ, ਮਹਾਰਾਜ 40 ਸਿੰਘ ਹਨ ਸਾਰੇ। ਇੱਕ ਮਾਈ ਵੀ ਹੈ ਫੱਟੜ ਹੋਈ ਮਹਾਰਾਜ, ਉਧਰਲੇ ਪਾਸੇ ਡਿੱਗੀ ਪਈ ਹੈ। ਸਤਿਗੁਰੂ ਕਹਿੰਦੇ ਲੈ ਕਰਕੇ ਆਓ। ਤੇ ਗਰੀਬ ਨਵਾਜ ਨੇ ਮਲਮ ਪੱਟੀ ਕਰਵਾਈ, ਆਪਣੀ ਮਿਹਰ ਭਰੀ ਦ੍ਰਿਸ਼ਟੀ ਪਾਈ ਮਾਈ ਭਾਗ ਕੌਰ ਦੇ ਸਰੀਰ ਦੇ ਉੱਤੇ। ਉਹ ਤਿਆਰ ਬਰ ਤਿਆਰ ਹੋਈ, ਜਿਸ ਨੇ ਬਹੁਤ ਸੂਰਬੀਰਤਾ ਦੇ ਨਾਲ ਯੁੱਧ ਕੀਤਾ ਸੀ, ਮਾਈ ਭਾਗ ਕੌਰ ਨੇ। ਔਰ ਇਹ ਝਬਾਲ ਦੇ ਚੌਧਰੀ ਭਾਈ ਲੰਗਾ ਜੀ, ਉਹਨਾਂ ਦੇ ਭਰਾ ਭਾਈ ਪੈਰੋ ਸ਼ਾਹ ਜੀ ਦੀ ਸੁਪੁੱਤਰੀ ਸੀ ਬੀਬੀ ਭਾਗ ਕੌਰ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਲੱਕੜਾਂ ਇਕੱਠੀਆਂ ਕਰੋ। ਬਹੁਤੀਆਂ ਲੱਕੜਾਂ ਇਕੱਠੀਆਂ ਕੀਤੀਆਂ ਗਈਆਂ, ਇੱਕੋ ਹੀ ਚਿਖਾ ਤਿਆਰ ਕਰਵਾਈ 40 ਸ਼ਹੀਦ ਸਿੰਘਾਂ ਦਾ। ਇੱਕੇ ਥਾਂ ਦੇ ਉੱਤੇ ਮਹਾਰਾਜ ਨੇ ਇਹ ਪਵਿੱਤਰ ਸਰੀਰ ਰਖਾ ਕਰਕੇ ਤੇ ਸਤਿਗੁਰੂ ਸਾਹਿਬ ਜੀ ਨੇ ਅੰਤਮ ਸੰਸਕਾਰ ਕਰਵਾਇਆ।
ਗਰੀਬ ਨਵਾਜ ਸਾਹਿਬ ਜੀ ਨੇ, ਤੇ ਪਾਸ ਖਲੋਤੇ ਹੋਏ ਸੰਸਕਾਰ ਹੋ ਰਿਹਾ ਹੈ ਤੇ ਬਖਸ਼ਿਸ਼ਾਂ ਕਰ ਰਹੇ ਹਨ, ਵਰਦਾਨ ਦੇ ਰਹੇ ਉਸ ਧਰਤੀ ਤੋਂ। ਕਹਿੰਦੇ ਜਿੱਥੇ ਕੋਈ ਇੱਕ ਤਪਸਵੀ ਤਪੱਸਿਆ ਕਰਕੇ ਸਰੀਰ ਤਿਆਗਦਾ ਹੈ, ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ, ਉਹ ਥਾਂ ਤੀਰਥ ਬਣ ਜਾਂਦਾ ਹੈ। ਇੱਥੇ ਮੇਰੇ ਪਿਆਰ ਵਿੱਚ ਮੇਰੇ ਪਿਆਰੇ ਸਿੰਘਾਂ ਨੇ 40 ਸਿੰਘਾਂ ਨੇ ਸ਼ਹੀਦੀ ਪਾਈ ਹੈ। ਇਹ ਸਾਡੇ ਮੁਕਤੇ ਹਨ, ਮੁਕਤੇ। ਇਹਨਾਂ ਨੂੰ ਅਸੀਂ ਮੁਕਤ ਕੀਤਾ ਹੈ। 40 ਸ਼ਹੀਦ ਮੁਕਤ ਸਿੰਘ ਹਨ, ਮੁਕਤੇ ਸਿੰਘ ਹਨ। ਇਹਨਾਂ ਨੂੰ ਪੰਥ ਵਿੱਚ, ਕੌਮ ਵਿੱਚ ਮੁਕਤਿਆਂ ਦੇ ਨਾਮ ਨਾਲ ਯਾਦ ਕੀਤਾ ਜਾਵੇਗਾ। ਔਰ ਇਹ ਜੋ ਥਾਂ ਹੈ ਜਿੱਥੇ ਸ਼ਹੀਦਾਂ ਦਾ ਸੰਸਕਾਰ ਕੀਤਾ, ਇਹ ਜਿਹੜੀ ਧਰਤੀ ਜਿੱਥੇ ਸ਼ਹੀਦਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਮੇਰੇ ਪਿਆਰੇ ਸਿੰਘਾਂ ਨੇ, ਇਹਨੂੰ ਕੋਈ ਅੱਜ ਤੋਂ ਬਾਅਦ ਖਦਰਾਣਾ ਨਹੀਂ ਕਵੇਗਾ। ਇੱਥੇ ਇਹਨਾਂ ਦੀ ਯਾਦ ਵਿੱਚ ਸਰੋਵਰ ਲੱਗੇਗਾ ਤੇ ਇਹ ਧਰਤੀ ਮੁਕਤਸਰ ਸਾਹਿਬ ਹੋਵੇਗੀ। ਮੁਕਤਸਰ ਸਾਹਿਬ ਮਾਘੀ ਦੀ ਸੰਗਰਾਂਦ ਵਾਲੇ, ਮਾਘ ਦੀ ਸੰਗਰਾਂਦ ਵਾਲੇ ਦਿਨ, ਮਾਘੀ ਵਾਲੇ ਦਿਨ ਜਿਹੜਾ ਇੱਥੇ ਆ ਕਰਕੇ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ, ਉਹਦੀਆਂ ਮਨ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ, ਉਹਨੂੰ ਸਿੱਖੀ ਦੀ ਦਾਤ ਪ੍ਰਾਪਤ ਹੋਵੇਗੀ, ਕਲਿਆਣ ਹੋਵੇਗੀ, ਮੁਕਤੀ ਮਿਲੇਗੀ। ਐਸੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸਾਧ ਸੰਗਤ ਜੀ। ਤੋ ਉਹ ਮਹਾਨ ਗੁਰੂ ਕੇ ਲਾਲ ਭਾਈ ਮਹਾਂ ਸਿੰਘ ਜੀ, 40 ਸ਼ਹੀਦ ਮੁਕਤੇ ਸਿੰਘ, ਜਿਨ੍ਹਾਂ ਨੂੰ ਹਰ ਰੋਜ਼ ਅਰਦਾਸ ਵਿੱਚ ਆਪਾਂ ਯਾਦ ਕਰਦੇ ਹਾਂ। ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਿੱਖੀ ਦੀ ਟੁੱਟੀ ਹੋਈ ਜਿਹੜੀ ਸਾਂਝ ਸੀ ਉਹ ਗੰਢੀ, ਇਹ ਰਹਿਮਤ ਕੀਤੀ ਸੱਚੇ ਪਾਤਸ਼ਾਹ ਨੇ। ਆਪਾਂ ਵੀ ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਵੀ ਸੱਚੇ ਪਾਤਸ਼ਾਹ ਸਾਡੀ ਵੀ ਟੁੱਟੀ ਹੋਈ ਜਿਹੜੀ ਸਾਂਝ ਹੈ, ਸਾਡੀ ਵੀ ਟੁੱਟੀ ਹੋਈ ਜੋ ਸੁਰਤ ਹੈ, ਸਾਡੀ ਵੀ ਟੁੱਟੀ ਹੋਈ ਜੋ ਲਿਵ ਹੈ, ਟੁੱਟੀ ਹੋਈ ਬਿਰਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸ਼ਬਦ ਦੇ ਨਾਲ, ਆਪਣੀ ਬਾਣੀ ਦੇ ਨਾਲ, ਆਪਣੇ ਚਰਨਾਂ ਦੇ ਨਾਲ ਗੰਢ ਲਓ। ਸਾਡੀ ਪ੍ਰੀਤ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਨਾਲ ਜੁੜ ਜਾਵੇ। ਤੁਸੀਂ ਮਹਾਰਾਜ ਕਿਰਪਾ ਕਰਨ ਹਾਰਿਓ, ਟੂਟੀ ਗੰਢਨ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਿਪਾਲ। हे ਗਰੀਬ ਨਵਾਜ ਸੱਚੇ ਪਾਤਸ਼ਾਹ, ਅਸੀਂ ਵੀ ਕਿਤੇ ਬਦਾਵੀਏ ਹੀ ਨਾ ਜੀਵਨ ਬਸਰ ਕਰਕੇ ਚਲੇ ਜਾਈਏ। ਅਸੀਂ ਵੀ ਕਿਤੇ ਮਹਾਰਾਜ ਸਾਬਤ ਸੂਰਤ ਵਿਗਾੜ ਕੇ, ਕੇਸਾਂ ਦੀ ਬੇਅਦਬੀ ਕਰਕੇ, ਅੰਮ੍ਰਿਤ ਤੋਂ ਵੀ ਹੁਣੇ ਰਹਿ ਕੇ, ਉਂਝੀ ਨਾ ਕਿਤੇ ਬਦਾਵੀਏ ਬਣ ਕਰਕੇ ਹੀ ਸਾਂਝ ਤੋੜ ਕੇ ਹੀ ਨਾ ਚਲੇ ਜਾਈਏ। ਸਾਡੀ ਵੀ ਮਹਾਰਾਜ ਸਾਂਝ ਆਪਣੇ ਨਾਲ ਗੰਢ ਲਓ ਆਪ ਕਿਰਪਾ ਕਰਕੇ। ਤਾਂ ਉਹਨਾਂ ਸ਼ਹੀਦਾਂ ਨੂੰ, ਮੁਕਤਿਆਂ ਨੂੰ ਰੋਮ ਰੋਮ ਕਰਕੇ ਨਮਸਕਾਰ ਹੈ, ਜੋ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਮਾਘ ਦੇ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਰਹਿੰਦੇ ਮਿੰਟ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਮਾਘ ਭਜਨ ਸੰਗ ਸਾਧੂਆ। ਮਾਘ ਦਾ ਮਹੀਨਾ ਸਾਧ ਸੰਗਤ ਜੀ, ਇਹ ਸਾਲ ਦਾ 11ਵਾਂ ਮਹੀਨਾ ਹੈ। ਪਹਿਲਾ ਮਹੀਨਾ ਚੇਤ ਦਾ ਹੈ ਔਰ ਇਹ ਮਾਘ ਦਾ ਮਹੀਨਾ 11ਵਾਂ ਮਹੀਨਾ ਹੈ ਤੇ 12ਵਾਂ ਮਹੀਨਾ ਫੱਗਣ ਦਾ ਮਹੀਨਾ ਹੈ, ਜਿਸ ਨੂੰ ਮਹਾਰਾਜ ਨੇ ਫਲਗੁਣ ਆਖਿਆ। ਤਾਂ ਇਹ ਮਾਘ ਮਹੀਨੇ ਦੁਆਰਾ ਗਰੀਬ ਨਵਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਉਂਕਿ ਪ੍ਰਾਤਨ ਸਨਾਤਨ ਸਮੇਂ ਤੋਂ ਲੈ ਕਰਕੇ, ਸਦੀਆਂ ਤੋਂ ਲੈ ਕਰਕੇ ਇਹ ਸਾਡੇ ਦੇਸ਼ ਦੇ ਵਿੱਚ, ਜਿੱਥੋਂ ਦੇ ਅਸੀਂ ਵਾਸੀ ਹਾਂ, ਇਸ ਧਰਤੀ ਦੀ ਇਹ ਪਰੰਪਰਾ ਰਹੀ ਹੈ ਕਿ ਮਾਘ ਦੀ ਸੰਗਰਾਂਦ ਨੂੰ ਤੇ ਮਾਘ ਦੇ ਸਾਰੇ ਮਹੀਨੇ ਵਿੱਚ ਲੋਕ 68 ਤੀਰਥਾਂ ਦੇ ਉੱਤੇ ਇਸ਼ਨਾਨ ਕਰਿਆ ਕਰਦੇ ਸਨ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਔਰ ਪਾਵਨ ਸਰੋਵਰ ਸਾਹਿਬ ਦੀ ਰਚਨਾ ਕਰਕੇ ਦਿੱਤੀ ਸਾਧ ਸੰਗਤ ਜੀ। ਜਿਵੇਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਵਿੱਚ ਬੌਲੀ ਸਾਹਿਬ ਦੀ ਰਚਨਾ ਕੀਤੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੰਤੋਖਸਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਸਾਹਿਬ ਦੀ ਰਚਨਾ ਕੀਤੀ। ਗੁਰੂ ਅਰਜਨ ਦੇਵ ਸਾਹਿਬ ਪੰਚਮ ਪਾਤਸ਼ਾਹ ਪਿਤਾ ਜੀ ਨੇ ਸ੍ਰੀ ਦਰਬਾਰ ਸਾਹਿਬ ਮਹਾਰਾਜ ਸਾਹਿਬ ਜੀ ਦੀ ਰਚਨਾ ਜਿੱਥੇ ਕੀਤੀ, ਉੱਥੇ ਸ੍ਰੀ ਰਾਮਸਰ ਸਰੋਵਰ ਸਾਹਿਬ ਦੀ ਰਚਨਾ ਕੀਤੀ, ਜਿਹਦੇ ਕੰਢੇ ਤੇ ਸਾਰੀ ਬਾਣੀ ਮਹਾਰਾਜ ਨੇ ਲਿਖਵਾਈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਤੋਂ। ਛੇਵੇਂ ਮਹਾਰਾਜ ਮੀਰੀ ਪੀਰੀ ਦੇ ਮਾਲਕ ਨੇ ਸ੍ਰੀ ਕੌਲਸਰ ਸਾਹਿਬ ਤੇ ਸ੍ਰੀ ਬਬੇਕਸਰ ਸਾਹਿਬ ਸਰੋਵਰ ਸਾਹਿਬਾਂ ਦੀ ਰਚਨਾ ਅੰਮ੍ਰਿਤਸਰ ਸਾਹਿਬ ਵਿੱਚ ਕੀਤੀ। 5 ਸਰੋਵਰ ਹਨ ਅੰਮ੍ਰਿਤਸਰ ਸਾਹਿਬ ਦੇ ਵਿੱਚ। ਪੰਚਮ ਪਾਤਸ਼ਾਹ ਨੇ ਸਭ ਤੋਂ ਵੱਡਾ ਸਰੋਵਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਦੇ ਵਿੱਚ ਰਚਿਆ। ਗੁਰੂ ਘਰ ਦੇ ਸਾਰੇ ਸਰੋਵਰ ਸਾਹਿਬਾਂ ਨਾਲੋਂ ਜੋ ਆਕਾਰ ਦੇ ਵਿੱਚ ਵੱਡਾ ਹੈ, ਉਹਦੀ ਰਚਨਾ ਕੀਤੀ। ਤੋਂ ਮਹਾਰਾਜ ਸਾਹਿਬ ਜੀ ਨੇ, ਗਰੀਬ ਨਵਾਜ ਸਾਹਿਬ ਜੀ ਨੇ ਇਹ ਪਾਵਨ ਸਰੋਵਰ ਸਾਹਿਬਾਂ ਦੀ ਰਚਨਾ ਕੀਤੀ, ਜਿੱਥੇ ਬਾਣੀ ਸਤਿਗੁਰੂ ਜੀ ਨੇ ਉਚਾਰਨ ਕੀਤੀ।
ਉੱਥੇ ਮਹਾਰਾਜ ਸਾਹਿਬ ਜੀ ਨੇ ਇਹ ਆਗਿਆ ਕੀਤੀ ਵੀ ਇਹਨਾਂ ਸਰੋਵਰ ਸਾਹਿਬਾਂ ਵਿੱਚ ਇਸ਼ਨਾਨ ਕਰਕੇ ਗੁਰੂ ਕੇ ਦਰਬਾਰ ਵਿੱਚ ਨਮਸਕਾਰ ਕਰਕੇ ਗੁਰੂ ਕੇ ਸਿੱਖੋ, ਗੁਰਬਾਣੀ ਪੜੋ, ਗੁਰਬਾਣੀ ਸੁਣੋ, ਗੁਰੂ ਕੀ ਬਾਣੀ ਦਾ ਕੀਰਤਨ ਸੁਣੋ, ਗੁਰੂ ਕੀ ਬਾਣੀ ਕੀ ਵਿਚਾਰ ਸਰਵਣ ਕਰੋ। ਪੁਰਾਤਨ ਸਮੇਂ ਵਿੱਚ ਲੋਕ 68 ਤੀਰਥਾਂ ਤੇ ਇਸ਼ਨਾਨ ਕਰਿਆ ਕਰਦੇ ਸਨ ਤੇ ਉਹਨੂੰ ਮੱਜਣ ਕਿਹਾ ਜਾਂਦਾ ਸੀ। ਮੱਜਣ, ਮਾਘੀ ਦੇ ਇਸ਼ਨਾਨ ਨੂੰ ਮੱਜਣ ਕਹਿੰਦੇ ਸਨ। ਮੱਜਣ ਕਹਿੰਦੇ ਵਿਸ਼ੇਸ਼ ਜਿਹੜਾ ਇਸ਼ਨਾਨ ਕੀਤਾ ਜਾਵੇ, ਪੁਰਬ ਵਾਲੇ ਦਿਨ ਇਸ਼ਨਾਨ ਕੀਤਾ ਜਾਵੇ, ਵਿਸ਼ੇਸ਼ ਤੀਰਥ ਦੇ ਉੱਤੇ ਇਸ਼ਨਾਨ ਕੀਤਾ ਜਾਵੇ। ਤੇ ਸਤਿਗੁਰੂ ਪੰਚਮ ਪਾਤਸ਼ਾਹ ਦੱਸ ਰਹੇ ਆ ਵੀ ਮੱਜਣ ਕਿਹੜਾ ਇਸ਼ਨਾਨ ਕਿਹੜਾ ਕਰਨਾ ਮਾਘੀ ਦਾ, ਮਾਘ ਦੇ ਮਹੀਨੇ ਦਾ ਇਸ਼ਨਾਨ ਕਿਹੜਾ ਹੈ। ਮੱਜਣ ਸੰਗ ਸਾਧੂਆਂ, ਜਿਹੜਾ ਸਾਧੂਆਂ ਦਾ ਸੰਗ ਕਰਨਾ ਹੈ ਨਾ, ਨਾਮ ਜਪਣ ਵਾਲੇ ਗੁਰਮੁਖਾਂ ਸਾਧੂ ਜਨਾਂ ਦਾ ਸਾਧ ਸੰਗਤ ਕਰਨੀ ਹੈ। ਇਹ ਭਾਈ ਅਸਲ ਵਿੱਚ ਮਾਘ ਮਹੀਨੇ ਦਾ ਵਿਸ਼ੇਸ਼ ਪੁਰਬ ਦਾ ਇਸ਼ਨਾਨ ਹੈ। ਇਹ ਮੱਜਣ ਹੈ। ਬਾਹਰੀ ਇਸ਼ਨਾਨ ਵੀ ਕਰਨ ਵਾਸਤੇ ਆਖਿਆ ਹੈ, ਜਲ ਦੇ ਨਾਲ ਵੀ ਇਸ਼ਨਾਨ ਕਰੋ, ਪਰ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕਰਕੇ ਨਾਮ ਦੇ ਵਿੱਚ ਵੀ ਇਸ਼ਨਾਨ ਕਰਨਾ ਹੈ। ਸਾਧੂਆਂ ਦਾ ਸੰਗ ਕਰਨਾ, ਇਹ ਪੁਰਬ ਦਾ ਇਸ਼ਨਾਨ, ਇਹ ਮੱਜਣ ਦਾ ਇਸ਼ਨਾਨ ਹੈ। ਕਿਉਂਕਿ ਮਹਾਰਾਜ ਨੇ ਥਾਂ ਪਰ ਥਾਂ ਆਖਿਆ ਵੀ ਨਾਮ ਜਪਣ ਵਾਲਿਆਂ ਦੀ ਸੰਗਤ ਕਰ। ਜਿਨ੍ਹਾਂ ਤੇ ਸੰਦੜਿਆਂ ਦੁਰਮਤ ਵੰਝੈ ਮਿੱਤਰਿਆ ਸਾਡੜੇ ਸਿਆਈ, ਹਉ ਢੂੰਢੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ। ਮਹਾਰਾਜ ਕਹਿੰਦੇ ਨਾਮ ਜਪਣ ਵਾਲੇ ਸਾਧੂਆਂ ਦਾ ਸੰਗ ਕਰੇਗਾ, ਤੇਰੇ ਵੀ ਮਨ ਵਿੱਚ ਨਾਮ ਚੇਤੇ ਆਵੇਗਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕੱਟੀਐ ਮੈਲ ਸਾਧ ਸੰਗ ਉਠਿਆ। ਜਦੋਂ ਸਾਧ ਸੰਗਤ ਵਿੱਚ ਬੈਠੇਗਾ ਤੇ ਮਨ ਨੂੰ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ ਕੱਟੀ ਜਾਵੇਗੀ। ਸੁਖਮਨੀ ਸਾਹਿਬ ਚ ਮਹਾਰਾਜ ਸਾਹਿਬ ਜੀ ਨੇ ਆਖਿਆ ਨਾ, ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾਂ ਕੀ ਅਚਰਜ ਕਥਾ। ਜਿਹੜੇ ਗੁਰੂ ਕੇ ਪਿਆਰੇ, ਰੱਬ ਦੇ ਪਿਆਰੇ ਸਾਧੂ ਜਨ ਹਨ, ਮਹਾਰਾਜ ਕਹਿੰਦੇ ਉਹਨਾਂ ਦੀ ਵੀ ਅਚਰਜ ਕਥਾ ਹੈ, ਪਰਮੇਸ਼ਰ ਦੀ ਵੀ ਅਚਰਜ ਕਥਾ ਹੈ। ਉਹ ਪਰਮੇਸ਼ਰ ਨਾਲ ਜੁੜੇ ਹੋਇਆਂ ਦੀ ਵੀ ਅਚਰਜ ਕਥਾ ਹੈ। ਸਾਧ ਕੀ ਮਹਿਮਾ ਵੇਦ ਨਾ ਜਾਣ ਹੈ, ਜੇਤਾ ਸੁਨਹਿ ਤੇਤਾ ਬਖਿਆਨ ਹੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਆਖਿਆ ਉਹਨਾਂ ਸਾਧੂ ਜਨਾਂ ਵਿੱਚ ਪ੍ਰਭੂ ਦੇ ਵਿੱਚ ਭਰਾਓ ਭੇਦ ਹੀ ਕੋਈ ਨਹੀਂ ਹੈ। ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜਿਤ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਜਿਵੇਂ ਪਾਣੀ ਤੇ ਪਾਣੀ ਦੀਆਂ ਲਹਿਰਾਂ ਵਿੱਚ ਫਰਕ ਕੋਈ ਨਹੀਂ, ਇਸੇ ਤਰ੍ਹਾਂ ਪਰਮੇਸ਼ਵਰ ਵਾਹਿਗੁਰੂ ਤੇ ਉਹਦੇ ਪਿਆਰਿਆਂ ਸਾਧੂ ਜਨਾਂ ਗੁਰਮੁਖਾਂ ਦੇ ਵਿੱਚ ਵੀ ਫਰਕ ਕੋਈ ਨਹੀਂ ਹੈ। ਇਸ ਕਰਕੇ ਜਿਹੜਾ ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ ਹੈ, ਸਾਧ ਸੰਗਤ ਕਰਨੀ ਹੈ, ਇਹੀ ਮਾਘ ਮਹੀਨੇ ਦਾ ਵਿਸ਼ੇਸ਼ ਇਸ਼ਨਾਨ ਹੈ। ਗੁੜੀ ਕਰ ਇਸ਼ਨਾਨ, ਮਹਾਰਾਜ ਕਹਿੰਦੇ ਉਹਨਾਂ ਸਾਧੂ ਜਨਾਂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰ, ਚਰਨ ਧੂੜੀ ਦੇ ਵਿੱਚ ਇਸ਼ਨਾਨ ਕਰ। ਉਹ ਧੂੜੀ 'ਚ ਇਸ਼ਨਾਨ ਕਿਵੇਂ ਕੀਤਾ ਜਾਵੇਗਾ, ਭਾਈ ਗੁਰਦਾਸ ਸਾਹਿਬ ਜੀ ਨੇ ਵਿਆਖਿਆ ਕੀਤੀ ਹੈ। ਉਹ ਕਹਿੰਦੇ ਜਿੱਥੇ ਸੰਗਤ ਬੈਠ ਕੇ, ਗੁਰੂ ਕੇ ਸਿੱਖ ਬੈਠ ਕੇ, ਗੁਰੂ ਕੇ ਗੁਰਮੁਖ ਸਾਧੂ ਸੰਤ ਪਿਆਰੇ ਬੈਠ ਕੇ ਨਾਮ ਜਪਦੇ ਆ ਨਾ, ਤੇ ਜਿੱਥੇ ਬੈਠ ਕੇ ਨਾਮ ਜਪਦੇ ਉਹਨਾਂ ਦਰੀਆਂ ਨੂੰ ਜਦੋਂ ਝਾੜਨ ਦੀ ਸੇਵਾ ਕਰਨੀ ਹੈ ਤੇ ਆਪਣੇ ਆਪ ਹੀ ਧੂੜੀ 'ਚ ਇਸ਼ਨਾਨ ਹੋ ਜਾਂਦਾ ਹੈ। ਸੇਵਾ ਕਰਨੀ, ਦਰੀਆਂ ਝਾੜਨੀਆਂ, ਤੱਪੜ ਝਾੜ ਵਿਛਾਏ ਧੂੜੀ ਨਾਇਆ। ਇਸ ਤਰ੍ਹਾਂ ਧੂੜੀ ਦੇ ਵਿੱਚ ਇਸ਼ਨਾਨ ਹੈ, ਜਿਹੜੀ ਨਿਮਰਤਾ ਧਾਰਨ ਕਰਕੇ ਸੇਵਾ ਕਰਨੀ ਹੈ। ਹੰਕਾਰ ਤਿਆਗਣਾ, ਨੀਵਾਂ ਹੋਣਾ, ਸੰਗਤ ਵਿੱਚ ਬੈਠਣਾ, ਚੌਂਕੜਾ ਲਾ ਕੇ ਗੁਰਮੁਖਾਂ ਦੀ ਸੰਗਤ ਕਰਨੀ ਹੈ ਤੇ ਅੰਦਰ ਨਿਰਮਾਣਤਾ ਲਿਆਉਣੀ ਹੈ, ਨਿਮਰਤਾ ਲਿਆਉਣੀ ਹੈ। ਸਤਿਗੁਰੂ ਜੀ ਵੇਖੋ ਕਿੰਨੇ ਪਿਆਰ ਵਿੱਚ ਬੇਨਤੀਆਂ ਕਰਕੇ ਸਾਡੇ ਵਾਸਤੇ ਪੂਰਨੇ ਪਾਏ, ਸਾਨੂੰ ਸਿੱਖਿਆ ਦਿੱਤੀ। ਮਹਾਰਾਜ ਕਹਿੰਦੇ ਹਨ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਣਾ। संत हमारी ओट सताणी, संत हमारा गहना। हम संतन स्यों बण आए, पूरब लिखिया पाए। एहो मन तेरा भाई रहाओ। संतन स्यों मेरी लेवा देवी, संतन स्यों व्यवहारा। संतन स्यों हम लाहा खाटिया, हर भगत भरे भंडारा। संतन मोह का पूंजी सौंपे, ता उतरिया मन का धोखा।
ਧਰਮ ਰਾਏ ਅਬ ਕਹਾ ਕਰੈ ਗੋ, ਜੋ ਫਾਟਿਓ ਸਗਲੋ ਲੇਖਾ। ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ। ਕਹੋ ਨਾਨਕ ਹਰਿ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਕਿੰਨੀਆਂ ਬੇਨਤੀਆਂ ਮਹਾਰਾਜ ਸਾਹਿਬ ਜੀ ਨੇ ਕੀਤੀਆਂ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਾਰ ਸੰਤਨ ਕੀ ਧੂਰੇ। ਕਿਤੇ ਆਖਿਆ ਗੁਰ ਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਭੀਗਤ ਪਾਹੇ। ਸਤਿਗੁਰੂ ਆਪਣੇ ਗੁਰ ਸਿੱਖਾਂ ਦੀ ਚਰਨ ਧੂੜੀ ਬਖਸ਼ ਦਿਓ, ਅਸੀਂ ਪਾਪੀ ਵੀ ਕਲਿਆਣ ਪ੍ਰਾਪਤ ਕਰ ਲਈਏ। ਮਾਗ ਮੱਜਣ ਸੰਗ ਸਾਧੂਆਂ ਧੂੜੀ ਕਰ ਇਸਨਾਨ। ਇਹ ਭਾਈ ਜਿਹੜੀ ਨਿਮਰਤਾ ਧਾਰਨ ਕਰਨੀ, ਗੁਰਮੁਖਾਂ ਦੀ ਸੰਗਤ ਵਿੱਚ ਬੈਠਣਾ ਹੈ, ਭਾਂਡੇ ਮਾਂਜਣੇ, ਝਾੜੂ ਦੇਣਾ, ਸੇਵਾ ਕਰਨੀ, ਇਹੀ ਚਰਨ ਧੂੜੀ ਦੇ ਵਿੱਚ ਮਿਲਣਾ ਹੈ, ਇਹੀ ਇਸ਼ਨਾਨ ਕਰਨਾ ਹੈ। ਜੋ ਅੰਦਰ ਨਿਰਮਾਣਤਾ ਹੋਣੀ ਹੈ, ਹੰਕਾਰ ਨੂੰ ਤਿਆਗਣਾ ਹੈ। ਤਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਐਸੇ ਗੁਰਮੁਖਾਂ ਦੀ ਸੰਗਤ ਵਿੱਚ ਮਿਲਣਾ ਕਰ, ਜਿਵੇਂ ਬਸੰਤ ਇਸੇ ਤਰ੍ਹਾਂ ਜੈਤਸਰੀ ਕੀ ਵਾਰ ਵਿੱਚ ਵੀ ਬਚਨ ਕੀਤਾ। ਕਹਿੰਦੇ ਐਸੇ ਗੁਰਮੁਖਾਂ ਦੀ ਚਰਨ ਧੂੜੀ ਮਿਲ ਜਾਵੇ, ਭਾਵੇਂ ਉਹ ਟੁੱਟੀ ਹੋਈ ਛਪੜੀ ਦੇ ਵਿੱਚ ਰਹਿੰਦਾ ਹੈ, ਟੁੱਟੀ ਹੋਈ ਛੰਨ ਵਿੱਚ ਛਪਰੀ ਵਿੱਚ ਰਹਿੰਦਾ ਹੈ, ਕੱਪੜੇ ਵੀ ਫਟੇ ਪੁਰਾਣੇ ਹਨ, ਕੋਈ ਬਹੁਤਾ ਸਤਿਕਾਰ ਵੀ ਨਹੀਂ ਦਿੰਦਾ, ਕੋਈ ਮਿੱਤਰ ਪਿਆਰਾ ਵੀ ਨਹੀਂ ਹੈ, ਕੋਈ ਰਿਸ਼ਤੇਦਾਰ ਵੀ ਨਹੀਂ ਹੈ, ਪਰ ਨਾਮ ਵਿੱਚ ਜੇ ਭਿੱਜਾ ਹੋਇਆ ਤੇ ਉਹਦੀ ਚਰਨ ਧੂੜੀ ਮਿਲ ਜਾਵੇ ਤੇ ਕਲਿਆਣ ਹੋ ਜਾਂਦੀ ਹੈ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ। ਮਿੱਤਰ ਨਾ ਇਠ ਧਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਐਸੇ ਗੁਰਮੁਖ ਦੀ ਚਰਨ ਧੂੜੀ ਵੀ ਮਿਲ ਜਾਵੇ ਤੇ ਉਧਰ ਜਾਈਦਾ ਹੈ, ਕਿਉਂਕਿ ਚਰਨ ਧੂੜੀ ਵੀ ਤਾਂ ਹੀ ਮਿਲਦੀ ਜੇ ਪ੍ਰਭੂ ਸ੍ਰੇਸ਼ਟ ਪ੍ਰਸੰਨ ਹੋਵੇ। ਐਸੇ ਗੁਰਮੁਖਾਂ ਦੀ ਚਰਨ ਧੂੜੀ ਤੇ ਮਹਾਰਾਜ ਕਹਿੰਦੇ ਗੰਗਾ ਵੀ ਲੋਚਦੀ ਹੈ, ਜਮਨਾ ਵੀ, ਗੋਦਾਵਰੀ ਵੀ, ਸਰਸਵਤੀ ਵੀ। ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਉਹ ਵੀ ਕਹਿੰਦੀਆਂ ਹਨ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਕਿ ਪਾਪਾਂ ਦੀ ਮੈਲ ਨਾਲ ਭਰੇ ਹੋਏ ਲੋਕ ਤਾਂ ਸਾਡੇ 'ਚ ਇਸ਼ਨਾਨ ਕਰਦੇ ਹੀ ਆ। ਕੋਈ ਸਾਧੂ ਆਵੇ ਜਿਹਨੇ ਆਪਣੇ ਤਨ ਨੂੰ ਮਨ ਨੂੰ ਸਾਧਿਆ ਹੋਇਆ ਹੈ, ਜਿਹੜਾ ਨਾਮ ਦੇ ਵਿੱਚ ਰੰਗਿਆ ਹੋਇਆ ਹੈ, ਉਹ ਆ ਕਰਕੇ ਸਾਡੇ ਵਿੱਚ ਆਪਣੇ ਚਰਨ ਪਾਵੇ, ਸਾਨੂੰ ਵੀ ਪਵਿੱਤਰ ਕਰ ਜਾਵੇ। ਤਾਂ ਮਹਾਰਾਜ ਕਹਿੰਦੇ ਭਾਈ ਸਾਧੂਆਂ ਦਾ ਸੰਗ ਕਰ, ਸਾਧੂਆਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰਨਾ ਕਰ, ਨਿਮਰਤਾ ਧਾਰਨ ਕਰ। ਹਰ ਕਾ ਨਾਮ ਧਿਆਏ ਸੁਣ। ਤੇ ਸੰਗਤ ਵਿੱਚ ਮਿਲ ਕਰਕੇ, ਸਾਧੂਆਂ ਦੇ ਸੰਗ ਵਿੱਚ ਮਿਲ ਕੇ ਹੋਰ ਕੀ ਕਰਨਾ ਹੈ? ਪੰਚਮ ਪਾਤਸ਼ਾਹ ਕਹਿੰਦੇ ਹਰ ਕਾ ਨਾਮ ਧਿਆਏ ਸੁਣ। ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਵੀ ਕਰ ਤੇ ਸੁਣਨਾ ਵੀ ਕਰ। ਇਹ ਨਾ ਸੰਗਤ ਵਿੱਚ ਆ ਕਰਕੇ ਹੋਰ ਹੀ ਕੋਈ ਰਜੇਵਿਆਂ ਦੀਆਂ ਸੰਸਾਰੀ ਗੱਲਾਂ ਬਾਤਾਂ ਕਰੀ ਜਾਵੇਂ। ਨਹੀਂ, ਸੰਗਤ ਵਿੱਚ ਮਿਲ ਕਰਕੇ ਪ੍ਰਭੂ ਦੇ ਨਾਮ ਨੂੰ ਧਿਆਉਣਾ ਵੀ ਕਰ ਤੇ ਨਾਮ ਨੂੰ ਸੁਣਨਾ ਵੀ ਕਰ। ਜਿੱਥੇ ਬਾਹਰੀ ਸੱਜੇ ਤੇ ਖੱਬੇ ਕੰਨ ਦੇ ਨਾਲ ਨਾਮ ਨੂੰ ਸੁਣਨਾ ਹੈ, ਉਥੇ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਵੀ ਵਾਹਿਗੁਰੂ ਦੇ ਨਾਮ ਨੂੰ ਸੁਣਨਾ ਕਰ। ਸਭਨਾਂ ਨੂੰ ਕਰ ਦਾਨ। ਫਿਰ ਸਾਰਿਆਂ ਨੂੰ ਦਾਨ ਕਰਨਾ ਕਰ। ਦਾਨੀ ਸੁਭਾਅ ਬਣਾ। ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਮਹਾਰਾਜ ਕਹਿੰਦੇ ਜਿਹੜਾ ਗ੍ਰਸਤੀ ਪੁੰਨ ਦਾਨ ਕਰਦਾ ਰਹਿੰਦਾ ਹੈ, ਉਹ ਗੰਗਾ ਦੇ ਜਲ ਦੀ ਤਰ੍ਹਾਂ ਪਾਵਨ ਹੈ, ਉਹ ਪਵਿੱਤਰ ਹੈ। ਜਿੱਥੇ ਬਾਹਰੀ ਤੌਰ ਤੇ ਦਾਨ, ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ ਹੈ, ਪਿਆਸੇ ਨੂੰ ਜਲ ਛਕਾਉਣਾ ਹੈ, ਲੋੜਵੰਦ ਨੂੰ ਵਸਤਰ ਦੇਣਾ ਹੈ, ਸੰਸਾਰ ਦੇ ਵਿੱਚ ਲੋੜਵੰਦ ਦੀ ਮਦਦ ਕਰਨੀ, ਇਹ ਉਹ ਬਾਹਰੀ ਦਾਨ ਵੀ ਹੈ। ਦਾਨ ਕਈ ਤਰ੍ਹਾਂ ਦਾ ਹੈ। ਉੱਥੇ ਅਸਲ ਵਿੱਚ ਜਿਹੜਾ ਵਿਸ਼ੇਸ਼ ਦਾਨ ਹੈ ਉਹ ਨਾਮ ਦਾ ਦਾਨ ਹੈ। ਆਪ ਵੀ ਨਾਮ ਸੰਗਤ ਵਿੱਚ ਆ ਕੇ ਸੁਣ ਤੇ ਧਿਆ, ਫਿਰ ਉਸ ਜਪੇ ਹੋਏ ਨਾਮ ਦਾ ਅੱਗੇ ਦਾਨ ਵੀ ਕਰ। ਭਾਵ ਦੂਜਿਆਂ ਨੂੰ ਵੀ ਨਾਮ ਜਪਾ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਇਹ ਨਾਮ ਦਾ ਦਾਨ ਵੀ ਦੂਜਿਆਂ ਨੂੰ ਕਰਨਾ ਕਰ। ਨਾਮ ਦੇ ਬਰਾਬਰ ਕੋਈ ਦਾਨ ਹੀ ਨਹੀਂ ਹੈ। ਨਾਮ ਸਭ ਤੋਂ ਸ਼੍ਰੋਮਣੀ ਦਾਨ ਹੈ। ਜਨਮ ਕਰਮ ਮਲ ਉਤਰੈ। ਜਿਸ ਵੇਲੇ ਤੂੰ ਨਾਮ ਨੂੰ ਸੁਣੇਗਾ, ਨਾਮ ਨੂੰ ਧਿਆਵੇਂਗਾ, ਨਾਮ ਦਾ ਦਾਨ ਕਰੇਗਾ, ਨਾਮ ਨੂੰ ਜਪਾਵੇਂਗਾ, ਜਪੇਗਾ, ਤੇ ਫਿਰ ਇਸ ਤਰ੍ਹਾਂ ਕਰਦਿਆਂ ਹੋਇਆਂ ਕਈਆਂ ਜਨਮਾਂ ਦੀ ਜਿਹੜੇ ਮਾੜੇ ਕਰਮਾਂ ਦੀ
ਸ਼ਿਕਾਮ ਕਰਮਾਂ ਦੀ, ਕਾਮਨਾ ਸਹਿਤ ਕੀਤੇ ਕਰਮਾਂ ਦੀ ਮੈਲ ਲੱਗੀ ਹੋਈ ਨਾ ਹਿਰਦੇ ਨੂੰ, ਅੰਤਸ਼ਕਰਨ ਨੂੰ, ਉਹ ਜਨਮਾਂ ਜਨਮਾਂ ਦੀ ਮੈਲ ਹਿਰਦੇ ਤੋਂ ਉਤਰ ਜਾਵੇਗੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੇ, ਕਾਲਾ ਹੋਆ ਸਿਆਹੋ, ਸ਼ਾਹ ਕਾਲਾ ਹੋਇਆ ਪਿਆ ਮਨ। ਕਿਉਂਕਿ ਅਨੇਕਾਂ ਜਨਮਾਂ ਵਿੱਚ ਤਨ ਬਦਲਦਾ ਰਿਹਾ ਹੈ, ਮਨ ਤਾਂ ਉਹੀ ਤੁਰਿਆ ਆਉਂਦਾ ਕਈਆਂ ਜਨਮਾਂ ਦਾ। ਇਸ ਕਰਕੇ ਜਿੰਨੇ ਮਨ ਨੂੰ ਮੈਲ ਜ਼ਿਆਦੀ ਲੱਗੀ ਹੋਈ ਹੈ, ਉਨਾ ਹੀ ਮਨ ਚੰਚਲ ਹੈ, ਉਨਾ ਹੀ ਭੱਜਦਾ ਦੌੜਦਾ ਹੈ, ਉਨਾ ਹੀ ਨਾਮ ਤੋਂ ਦੂਰ ਜਾਂਦਾ, ਉਨਾ ਹੀ ਸੰਗਤ ਤੋਂ ਦੂਰ ਜਾਂਦਾ। ਜਿਵੇਂ ਜਿਵੇਂ ਮਨ ਦੀ ਮੈਲ ਲੱਥੀ ਜਾਂਦੀ ਹੈ, ਮਨ ਪਵਿੱਤਰ ਹੋਈ ਜਾਂਦਾ ਹੈ, ਉਨਾ ਹੀ ਨਾਮ ਦੇ ਵਿੱਚ ਜੁੜਦਾ ਹੈ, ਉਨਾ ਹੀ ਹੋਰ ਸੰਗਤ ਕਰਨ ਨੂੰ ਜੀ ਕਰਦਾ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਕਈਆਂ ਜਨਮਾਂ ਦੀ ਜਿਹੜੀ ਹੈ ਮੈਲ ਮਨ ਨੂੰ ਲੱਗੀ ਹੋਈ, ਉਹ ਉਤਰ ਜਾਵੇਗੀ, ਮਨ ਪਵਿੱਤਰ ਹੋ ਜਾਵੇਗਾ। ਮਨ ਤੇ ਜਾਏ ਗੁਮਾਨ, ਤੇ ਮਨ ਦੇ ਵਿੱਚੋਂ ਗੁਮਾਨ ਵੀ ਚਲੇ ਜਾਵੇਗਾ। ਹੰਕਾਰ, ਹੰਕਾਰ ਸਾਧ ਸੰਗਤ ਜੀ ਸੰਸਾਰੀ ਦੌਲਤ ਦਾ ਵੀ ਗੁਮਾਨ ਹੁੰਦਾ ਹੈ, ਜਾਤੀ ਦਾ ਵੀ ਗੁਮਾਨ ਹੁੰਦਾ ਹੈ, ਵਿੱਦਿਆ ਦਾ ਵੀ ਗੁਮਾਨ ਹੁੰਦਾ ਹੈ, ਕਿਸੇ ਅਹੁਦੇ ਮੁਰਾਤਬੇ ਦਾ ਵੀ ਗੁਮਾਨ ਹੁੰਦਾ ਹੈ। ਸੋ ਗੱਲਾਂ ਚਾਰ ਬੋਲਣੀਆਂ ਆ ਜਾਣ, ਉਹ ਗਿਆਨ ਦਾ ਵੀ ਗੁਮਾਨ ਹੁੰਦਾ ਹੈ। ਜਿੱਥੇ ਸੰਸਾਰੀ ਗੁਮਾਨ ਹੈ, ਉੱਥੇ ਧਾਰਮਿਕ ਕਰਮਾਂ ਦਾ ਵੀ ਗੁਮਾਨ ਹੋ ਜਾਂਦਾ ਹੈ, ਸੇਵਾ ਕਰਨ ਦਾ ਵੀ ਗੁਮਾਨ ਹੋ ਜਾਂਦਾ, ਸਿਮਰਨ ਕਰਨ ਦਾ ਵੀ ਗੁਮਾਨ ਹੋ ਜਾਂਦਾ, ਤੀਰਥ ਯਾਤਰਾ ਕਰਨ ਦਾ ਵੀ ਗੁਮਾਨ ਹੋ ਜਾਂਦਾ, ਦਾਨ ਪੁੰਨ ਕਰਨ ਦਾ ਵੀ ਗੁਮਾਨ ਹੋ ਜਾਂਦਾ ਹੈ। ਨਾਵੇਂ ਪਾਤਸ਼ਾਹ ਨੇ ਭੋਗ ਦੇ ਸ਼ਲੋਕਾਂ 'ਚ ਆਖਿਆ ਨਾ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਤੀਰਥਾਂ ਤੇ ਯਾਤਰਾ ਕਰਦਾ, ਕਹਿੰਦਾ ਮੇਰੇ ਵਰਗਾ ਕਿਹੜਾ ਯਾਤਰੂ ਆ। ਜਿੰਨੀਆਂ ਯਾਤਰਾ ਮੈਂ ਕੀਤੀਆਂ ਨਾ ਤੀਰਥ ਸਥਾਨਾਂ ਤੇ, ਉਨੀਆਂ ਨਹੀਂ ਕਿਸੇ ਨੇ ਕੀਤੀਆਂ, ਮੇਰੇ ਵਰਗਾ ਨਹੀਂ ਕੋਈ ਯਾਤਰੂ ਹੋਣਾ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਸਾਰੇ ਹੀ ਉਹਦੇ ਮਾਰੇ ਕਹਿੰਦੇ ਕੀਤੇ ਕਰਾਏ ਧਾਰਮਿਕ ਸਾਧਨ ਨਿਸਫਲ ਚਲੇ ਜਾਂਦੇ, ਜਿਵੇਂ ਹਾਥੀ ਦਾ ਨਹਾਉਣਾ ਨਿਸਫਲ ਜਾਂਦਾ। ਜਿਸ ਵੇਲੇ ਭਾਈ ਤੂੰ ਸੰਗਤ ਕਰੇਗਾ, ਨਾਮ ਨਾਲ ਜੁੜੇਗਾ, ਤੇ ਮਨ ਵਿੱਚੋਂ ਗੁਮਾਨ ਵੀ ਦੂਰ ਹੋ ਜਾਵੇਗਾ, ਨਿਮਰਤਾ ਆ ਜਾਵੇਗੀ। ਕਾਮ ਕ੍ਰੋਧ ਨਾ ਮੋਹੀਐ। ਸਤਿਗੁਰੂ ਕਹਿੰਦੇ ਫਿਰ ਇਸ ਤਰ੍ਹਾਂ ਸੰਗਤ ਕਰਦਿਆਂ ਫਿਰ ਕਾਮ ਤੇ ਕ੍ਰੋਧ, ਗੁੱਸਾ ਤੇ ਮੋਹੀਐ ਮੋਹ, ਇਹ ਵਕਾਰ ਵੀ ਤੇਰੇ ਤੇ ਅਸਰ ਨਹੀਂ ਪਾਉਣਗੇ, ਪ੍ਰਭਾਵ ਨਹੀਂ ਪਾਉਣਗੇ। ਤੂੰ ਕਾਮ ਤੋਂ ਵੀ ਬਚ ਜਾਵੇਂਗਾ, ਕ੍ਰੋਧ ਤੋਂ ਵੀ ਬਚ ਜਾਵੇਂਗਾ, ਮੋਹ ਤੋਂ ਵੀ ਰਹਿਤ ਹੋ ਜਾਵੇਂਗਾ। ਇਨਸੈ ਲੋਭ ਸੁਆਨ, ਲੋਭ ਜਿਹੜਾ ਲਾਲਚ ਰੂਪੀ ਸਵਾਨ ਕੁੱਤਾ ਅੰਦਰ ਭੌਂਕਦਾ ਹੈ ਨਾ, ਦਿਨ ਚੜ੍ਹਨ ਤੋਂ ਪਹਿਲਾਂ ਹੀ ਅੰਦਰੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਇੱਕ ਕੁੱਤਾ ਤੇ ਦੋ ਕੁੱਤੀਆਂ ਭੌਂਕਣ ਲੱਗ ਪੈਂਦੀਆਂ ਅੰਦਰ, ਹਰੇਕ ਇਨਸਾਨ ਦੇ ਅੰਦਰ ਹਿਰਦੇ ਦੇ ਵਿੱਚੋਂ ਲੋਭ ਰੂਪੀ ਕੁੱਤਾ ਤੇ ਆਸਾ ਤੇ ਤ੍ਰਿਸ਼ਨਾ ਦੀਆਂ ਕੁੱਤੀਆਂ। ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਸੀ, ਏਕ ਸੁਆਨ ਦੋਏ ਸੁਆਨੀ ਨਾਲ, ਭਲਕੇ ਭੌਂਕੈ ਸਦਾ ਬਿਆਲ। ਜਦੋਂ ਸਵੇਰ ਹੁੰਦੀ ਭਲਕ ਹੁੰਦਾ ਹੈ, ਤੇ ਉਸੇ ਵੇਲੇ ਬੜਾ ਭਿਆਨਕ ਅੰਦਰ ਰੌਲਾ ਪਾਉਣ ਲੱਗ ਪੈਂਦੀਆਂ ਕੁੱਤੇ ਕੁੱਤੀਆਂ। ਲੋਭ ਰੂਪੀ ਕੁੱਤਾ ਜਿਹੜਾ ਇਹ ਭੌਂਕਣ ਹੀ ਲੱਗ ਪੈਂਦਾ ਵੀ ਲਿਆ ਪਦਾਰਥ ਕਰ ਇਕੱਠਾ, ਚੱਲ ਕਿਸੇ ਪਾਸੇ ਨੂੰ, ਭੱਜ ਦੌੜ ਕਰ। ਉਹ ਅੰਦਰ ਜਿਹੜਾ ਮਹਾਰਾਜ ਕਹਿੰਦੇ ਸੁਆਨ ਨਾਮ ਹੈ ਕੂਕਰ ਦਾ, ਕੁੱਤੇ ਦਾ, ਜਿਹੜਾ ਲੋਭ ਰੂਪੀ ਕੁੱਤਾ, ਇਹ ਵੀ ਬਿਨਸ ਜਾਵੇਗਾ। ਸੱਚੇ ਮਾਰਗ ਚੱਲਦਿਆਂ। ਇਹ ਭਾਈ ਇਹ ਨਾਮ ਜਪਣ ਦਾ ਤੇ ਜਪਾਉਣ ਦਾ, ਇਹ ਭਾਵ ਭਗਤੀ ਦਾ ਸੱਚਾ ਮਾਰਗ ਹੈ। ਇਸ ਸੱਚੇ ਮਾਰਗ ਦੇ ਉੱਤੇ ਗੁਰੂ ਕੀ ਸਿੱਖੀ ਦੇ ਇਹ ਸੱਚੇ ਮਾਰਗ ਉੱਤੇ ਚੱਲਦਿਆਂ ਹੋਇਆਂ ਉਸਤਤ ਕਰੇ ਜਹਾਨ, ਸਾਰਾ ਜਹਾਨ ਹੀ ਉਸਤਤੀ ਕਰੇਗਾ ਫਿਰ ਤੇਰੀ, ਸਭ ਸੰਸਾਰ ਹੀ ਤੈਨੂੰ ਚੰਗਾ ਆਖੇਗਾ। 68 ਤੀਰਥ ਸਗਲ ਪੁੰਨ, 68 ਤੀਰਥਾਂ ਦੇ ਸਾਰੇ ਇਸ਼ਨਾਨਾਂ ਦਾ ਸਾਰਾ ਹੀ ਪੁੰਨ ਫਲ ਤੈਨੂੰ ਪ੍ਰਾਪਤ ਹੋ ਜਾਵੇਗਾ। ਉਸ ਵੇਲੇ ਕਦੋਂ? ਜੀ ਦਇਆ ਪਰਵਾਨ, ਜਦੋਂ ਤੂੰ ਜੀਆਂ ਤੇ ਦਇਆ ਕਰਨ ਲੱਗ ਪਵੇਂਗਾ, ਫਿਰ ਤੂੰ ਹੋ ਜਾਵੇਂਗਾ ਪ੍ਰਵਾਨ ਵਾਹਿਗੁਰੂ ਦੇ ਦਰ ਦੇ ਉੱਤੇ। ਜਦੋਂ ਤਰਸ ਕਰੇਗਾ ਕਿਸੇ ਉੱਤੇ, ਭੁੱਖੇ ਨੂੰ ਵੇਖ ਕਰਕੇ ਤੇਰੇ ਮਨ ਵਿੱਚ ਦਇਆ ਆਵੇਗੀ, ਪਿਆਸੇ ਨੂੰ ਵੇਖ ਕਰਕੇ ਜਦੋਂ ਦਇਆ ਆਵੇਗੀ, ਕਿਉਂਕਿ ਧਰਮੀ ਦਿਆਲੂ ਹੁੰਦਾ ਹੈ, ਦਇਆ ਧਰਮ ਦੀ ਮਾਤਾ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਇਸ ਕਰਕੇ ਲੋੜਵੰਦ ਨੂੰ ਵੇਖ ਕਰਕੇ ਤੇਰੇ ਮਨ ਵਿੱਚ ਜਦੋਂ ਦਇਆ ਆਵੇਗੀ, ਜੀਵਾਂ ਤੇ ਦਇਆ ਕਰੇਗਾ, ਮਨੁੱਖ ਤੇ ਦਇਆ ਕਰੇਗਾ, ਪਸ਼ੂ ਤੇ ਪੰਛੀ ਤੇ, ਦਿਆਲੂ ਹਰ ਇੱਕ ਤੇ ਦਇਆ ਕਰਦਾ ਹੈ। ਤੇ ਫਿਰ 68 ਤੀਰਥਾਂ ਦਾ ਇਸ਼ਨਾਨ ਦਾ ਤੇ ਸਾਰੇ ਪੁੰਨਾਂ ਦਾ ਫਲ ਤੈਨੂੰ ਪ੍ਰਾਪਤ ਹੋ ਜਾਵੇਗਾ। ਦੂਜਾ ਮਹਾਂਪੁਰਖਾਂ ਨੇ ਅਰਥ ਕੀਤਾ ਇਸ ਪਵਿੱਤਰ ਪੰਕਤੀ ਦਾ,
ਜੀ ਦਇਆ ਪ੍ਰਵਾਨ। ਆਪਣੀ ਜਿੰਦ ਤੇ ਜਦੋਂ ਤੂੰ ਦਇਆ ਕਰੇਗਾ, ਜਦੋਂ ਆਪਣੇ ਆਪ ਤੇ ਦਇਆ ਕਰੇਗਾ, ਦੂਜੇ ਤੇ ਦਇਆ ਤੇ ਬਾਅਦ 'ਚ ਹੀ ਕਰੇਗਾ, ਪਹਿਲੋਂ ਆਪਣੇ ਤੇ ਦਇਆ ਕਰੇਗਾ। ਜੇ ਗੁਰੂ ਕੀ ਦਸੀ ਹੋਈ ਸਿੱਖੀ ਕਮਾਵੇਂਗਾ, ਸਤਿਗੁਰਾਂ ਨੇ ਆਖਿਆ ਸਾਬਤ ਸੂਰਤ ਦਸਤਾਰ ਸਿਰਾ। ਸਾਬਤ ਸੂਰਤ ਰੱਖਣੀ, ਸਾਬਤ ਸੂਰਤ ਰਹਿਣਾ, ਇਹ ਆਪਣੇ ਆਪ ਤੇ ਦਇਆ ਕਰਨੀ ਹੈ। ਹੁਣ ਜਦੋਂ ਤੂੰ ਕੇਸਾਂ ਦੀ ਬੇਅਦਬੀ ਕਰਦਾ, ਕੇਸਾਂ ਨੂੰ ਕਟਾਉਣਾ, ਤੂੰ ਤਾਂ ਆਪਣੇ ਆਪ ਤੇ ਹੀ ਦਇਆ ਨਹੀਂ ਕਰਦਾ ਪਿਆ। ਆਪਣੇ ਆਪ ਤੇ ਜਦੋਂ ਦਇਆ ਕਰੇਗਾ ਫਿਰ ਪ੍ਰਮਾਣ ਹੋਵੇਗਾ ਗੁਰੂ ਘਰ ਦੇ ਵਿੱਚ। ਇਸ ਕਰਕੇ ਨਸ਼ਿਆਂ ਤੋਂ ਰਹਿਤ ਹੋਣਾ, ਵਿਸ਼ਿਆਂ ਤੋਂ ਰਹਿਤ ਹੋਣਾ, ਵਿਕਾਰਾਂ ਕੁਰੀਤੀਆਂ ਕਰਹਿਤਾਂ ਤੋਂ ਰਹਿਤ ਹੋਣਾ, ਇਹ ਆਪਣੇ ਆਪ ਤੇ ਦਇਆ ਕਰਨੀ। ਤੇ ਜੇ ਨਸ਼ਿਆਂ ਦੇ ਵਿੱਚ ਗਲਤਾਨ ਹੋਣਾ, ਵਿਸ਼ਿਆਂ ਵਿੱਚ ਗਲਤਾਨ ਹੋਣਾ, ਇਹ ਆਪਣੀ ਜੀਵ ਦਾ ਆਪ ਘਾਤ ਕਰਨਾ ਹੈ। ਇਸ ਕਰਕੇ ਮਹਾਰਾਜ ਨੇ ਆਖਿਆ ਭਾਈ, ਜਿੱਥੇ ਤੂੰ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਹੈ, ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰਨੀ, ਉੱਥੇ ਗੁਰੂ ਸਾਹਿਬ ਦੀ ਇਹ ਵੀ ਸਿੱਖਿਆ ਕਿ ਆਪਣੇ ਆਪ ਤੇ ਕੁਝ ਆਪ ਵੀ ਦਇਆ ਕਰ। ਗੁਰੂ ਕੀ ਕਿਰਪਾ ਵੀ ਮੰਗਦਾ, ਆਪਣੇ ਆਪ ਤੇ ਕੁਝ ਨਾ ਕੁਝ ਆਪ ਵੀ ਕਿਰਪਾ ਕਰ। ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਜਦੋਂ ਆਪਣੀ ਜੀਵ ਆਤਮਾ ਤੇ ਦਇਆ ਕਰੇਗਾ, ਆਪਣੇ ਆਪੇ ਨੂੰ ਨਾਮ ਨਾਲ ਜੋੜੇਗਾ, ਸੰਗਤ ਨਾਲ ਜੋੜੇਗਾ, ਇਹ ਆਪਣੇ ਜੀ ਤੇ ਦਇਆ ਕਰਨੀ ਹੈ। ਜਦੋਂ ਆਪਣੀ ਜਿੰਦ ਤੇ ਦਇਆ ਕਰੇਗਾ, ਫਿਰ ਤੈਨੂੰ ਇੰਨਾ ਪੁੰਨ ਫਲ ਪ੍ਰਾਪਤ ਹੋਵੇਗਾ, 68 ਤੀਰਥਾਂ ਦੇ ਇਸ਼ਨਾਨ ਦਾ ਹੀ ਫਲ ਮਿਲ ਜਾਵੇਗਾ, ਸਾਰੇ ਪੁੰਨਾਂ ਦਾ ਫਲ ਮਿਲ ਜਾਵੇਗਾ। ਫਿਰ ਤੂੰ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇਂਗਾ। ਜਿਸਨੂੰ ਦੇਵੈ ਦਇਆ ਕਰ। ਪਰ ਇਹ ਦਾਤ ਉਹਨੂੰ ਮਿਲਦੀ ਆ, ਆਪਣੇ ਆਪ ਤੇ ਵੀ ਦਇਆ ਉਹੀ ਕਰ ਸਕਦਾ, ਦੂਜਿਆਂ ਤੇ ਵੀ ਦਇਆ ਉਹੀ ਕਰ ਸਕਦਾ, ਜਿਸ ਉੱਤੇ ਵਾਹਿਗੁਰੂ ਪਰਮੇਸ਼ਰ ਆਪਣੀ ਦਇਆ ਕਰਕੇ ਇਹ ਬਖਸ਼ਿਸ਼ੇ ਮਤ ਬੁੱਧ ਦੇ ਦਵੇ। ਸੋਈ ਪੁਰਖ ਸੁਜਾਨ। ਉਹੀ ਪੁਰਖ ਮਾਰੇ ਕਹਿੰਦੇ ਸੁਜਾਨ ਹੈ, ਸ੍ਰੇਸ਼ਟ ਹੈ, ਸਿਆਣਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ। ਜਿਨ੍ਹਾਂ ਨੂੰ ਭਾਈ ਮਾਨਸ ਦੇਹੀ ਦੇ ਵਿੱਚ ਰਹਿੰਦਿਆਂ ਹੋਇਆਂ ਮਨੁੱਖਾ ਜਨਮ ਵਿੱਚ ਆਪਣਾ ਪ੍ਰਭੂ ਮਿਲਿਆ ਹੈ, ਕਿਉਂਕਿ ਮਾਨਸ ਦੇਹੀ ਪ੍ਰਭੂ ਨਾਲ ਮਿਲਣ ਵਾਸਤੇ ਮਿਲੀ ਹੈ। ਗਰੀਬ ਨਵਾਜ ਸਾਹਿਬ ਨੇ ਆਖਿਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਜਿਨ੍ਹਾਂ ਨੂੰ ਆਪਣਾ ਪ੍ਰਭੂ ਮਿਲ ਪਿਆ ਹੈ, ਨਾਨਕ ਤਿਨ ਕੁਰਬਾਨ। ਗਰੀਬ ਨਵਾਜ ਕਹਿੰਦੇ ਪੰਚਮ ਪਾਤਸ਼ਾਹ, ਅਸੀਂ ਤਿਨਾਂ ਤੋਂ ਕੁਰਬਾਨ ਜਾਂਦੇ ਹਾਂ। ਮਾਘ ਸੁੱਚੇ ਸੇ ਕਾਂਢੀਆ ਹੈ। ਇਹ ਭਾਈ ਇਸ਼ਨਾਨ ਕਰਕੇ ਸੁੱਚੇ ਹੋਈਦਾ ਹੈ ਨਾ। ਮਹਾਰਾਜ ਕਹਿੰਦੇ ਮਾਘ ਦੇ ਮਹੀਨੇ ਵਿੱਚ ਸੁੱਚੇ ਸੇ, ਉਹ ਸੁੱਚੇ ਆ, ਕਾਂਢੀਆ ਕਹੇ ਜਾਂਦੇ, ਉਹਨਾਂ ਨੂੰ ਆਪਾਂ ਸੁੱਚੇ ਕਹਿ ਸਕਦੇ ਹਾਂ ਵੀ ਅਸਲ ਵਿੱਚ ਇਹ ਪਵਿੱਤਰ ਹਨ, ਇਹ ਸੁੱਚੇ ਹਨ। ਉਹ ਸਾਰੇ ਸੰਸਾਰ ਦੇ ਵਿੱਚੋਂ ਕਾਂਢੀਏ ਕੱਢੇ ਜਾਂਦੇ ਹਨ, ਸੁੱਚੇ ਕੱਢੇ ਜਾਂਦੇ, ਉਹਨਾਂ ਨੂੰ ਸੁੱਚੇ ਕਿਹਾ ਜਾਂਦਾ ਹੈ। ਜਿਨ ਪੂਰਾ ਗੁਰ ਮਿਹਰਬਾਨ। ਜਿਨ੍ਹਾਂ ਉੱਤੇ ਪੂਰਾ ਗੁਰੂ ਸਾਹਿਬ ਮਿਹਰਬਾਨ ਹੁੰਦਾ ਹੈ, ਜਿਨ੍ਹਾਂ ਉੱਤੇ ਪੂਰੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਮਿਹਰ ਹੁੰਦੀ ਹੈ। ਜਿਵੇਂ ਭਾਈ ਮਹਾ ਸਿੰਘ ਦੇ ਉੱਤੇ, ਇਹ 40 ਸ਼ਹੀਦ ਸਿੰਘਾਂ ਦੇ ਉੱਤੇ ਪੂਰੇ ਗੁਰੂ ਗੋਬਿੰਦ ਸਿੰਘ ਜੀ ਨੇ ਮਿਹਰ ਕੀਤੇ ਤੇ ਆਖਿਆ ਇਹ ਸਾਡੇ ਮੁਕਤੇ ਸਿੰਘ ਹਨ। ਇਹ 40 ਮੁਕਤੇ ਆ ਤੇ ਖਦਰਾਣੇ ਦੀ ਢਾਬਣੀ ਇਹ ਮੁਕਤਸਰ ਸਾਹਿਬ ਹੈ। ਜਿਹੜਾ ਇੱਥੇ ਮਾਘੀ ਦਾ ਆ ਕੇ ਇਸ਼ਨਾਨ ਕਰੇਗਾ, ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ, ਸਿੱਖੀ ਪ੍ਰਾਪਤ ਹੋਵੇਗੀ, ਕਲਿਆਣ ਪ੍ਰਾਪਤ ਹੋਵੇਗੀ। ਜਿਨ੍ਹਾਂ ਉੱਤੇ ਪੂਰਾ ਗੁਰੂ ਮਿਹਰਬਾਨ ਹੁੰਦਾ ਹੈ, ਉਹ ਭਾਈ ਸੁੱਚੇ ਕਹੇ ਜਾਂਦੇ ਆ। ਉਹਨਾਂ ਦਾ ਤਨ ਵੀ ਸੁੱਚਾ, ਉਹਨਾਂ ਦੇ ਇੰਦਰੀਏ ਵੀ ਸੁੱਚੇ, ਉਹਨਾਂ ਦਾ ਹਿਰਦਾ ਵੀ ਸੁੱਚਾ, ਉਹ ਅੰਦਰੋਂ ਵੀ ਸੁੱਚੇ। ਜੀ ਉਹ ਨਿਰਮਲ, ਬਾਹਰ ਉਹ ਨਿਰਮਲ, ਉਹ ਅੰਦਰੋਂ ਵੀ ਤੇ ਬਾਹਰੋਂ ਵੀ ਨਿਰਮਲ ਪਵਿੱਤਰ ਹੋ ਗਏ। ਜਿਨ੍ਹਾਂ ਤੇ ਪੂਰੇ ਗੁਰੂ ਨੇ ਕਿਰਪਾ ਕੀਤੀ, ਉਹਨਾਂ ਦੀਆਂ ਅੱਖਾਂ ਮੈਲੀਆਂ ਨਹੀਂ ਰਹਿ ਗਈਆਂ। ਉਹ ਨੇਤਰਾਂ ਨਾਲ ਵੀ ਗੁਰੂ ਦਾ ਦਰਸ਼ਨ ਕਰਦੇ, ਸੰਗਤ ਦਾ ਦਰਸ਼ਨ ਕਰਦੇ, ਉਹਨਾਂ ਦੇ ਨੇਤਰਾਂ ਵਿੱਚ ਵਕਾਰ ਦ੍ਰਿਸ਼ਟੀ ਨਹੀਂ। ਪਰ ਤ੍ਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਕੰਨਾਂ ਨਾਲ ਨਿੰਦਿਆ ਨਹੀਂ ਸੁਣਦੇ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕਉ ਮੰਦਾ। ਕਿਉਂਕਿ ਸਾਰਿਆਂ ਨਾਲੋਂ ਆਪਣੇ ਆਪ ਨੂੰ ਮੰਦਾ ਸਮਝਦੇ ਵੀ ਭਰਾਵਾ ਕਿਸੇ ਦੀ ਨਿੰਦਿਆ ਕੀ ਸੁਣਾਉਣੀ, ਮੈਂ ਤੇ ਆਪ ਬੜਾ ਮੰਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿੰਨਾ ਚਿਰ ਆਪਣੇ ਆਪ ਨੂੰ ਇਹ ਨੀਵਾਂ ਨਹੀਂ ਸਮਝਦਾ, ਮੰਦਾ ਨਹੀਂ ਸਮਝਦਾ, ਉਹਨਾਂ ਚਿਰ ਇਹਨੂੰ ਦੂਜੇ ਦੀ ਨਿੰਦਿਆ ਚੰਗੀ ਲੱਗਦੀ ਹੈ। ਤਾਂ ਉਹ ਤਨੋਂ ਮਨੋਂ ਪਵਿੱਤਰ ਹੋ ਗਏ। ਜਿਨ੍ਹਾਂ ਤੇ ਪੂਰੇ ਗੁਰੂ ਨੇ ਮਿਹਰ ਕੀਤੀ, ਉਹਨਾਂ ਦੇ ਨੇਤਰ ਵੀ ਪਵਿੱਤਰ,
ਉਹਨਾਂ ਦੇ ਕੰਨ ਵੀ ਪਵਿੱਤਰ, ਉਹਨਾਂ ਗੁਰਮੁਖਾਂ ਦੀ ਰਸਨਾ ਵੀ ਪਵਿੱਤਰ ਰਸਨਾ ਨਾਲ ਨਾਮ ਜਪਦੇ, ਬਾਣੀ ਪੜ੍ਹਦੇ, ਝੂਠ ਨਹੀਂ ਬੋਲਦੇ, ਨਿੰਦਿਆ ਨਹੀਂ ਕਰਦੇ, ਚੁਗਲੀ ਨਹੀਂ ਕਰਦੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ, 40 ਮੁਕਤਿਆਂ ਸ਼ਹੀਦਾਂ ਦੇ ਇਤਿਹਾਸ ਦੀ ਵਿਚਾਰ ਕਰਦਿਆਂ, ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੀ ਗਿਆਨੀ ਮਲਕੀਤ ਸਿੰਘ ਜੀ, ਸੋ ਜਿਨ੍ਹਾਂ ਨੇ ਸਾਧ ਸੰਗਤ ਜੀ ਨਾਲ ਪਾਠ ਦੀ ਸੇਵਾ ਨਿਭਾਈ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹੀ ਦੀ ਅਤਿਅੰਤ ਕਿਰਪਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਦੀ। ਸੋ ਦਮਦਮੀ ਟਕਸਾਲ ਦੇ ਗੁਰਮੁਖ ਪਿਆਰੇ ਵਿਦਿਆਰਥੀ ਹਨ, ਸੋ ਜਿਨ੍ਹਾਂ ਨੇ ਅਨੇਕਾਂ ਸਿੰਘਾਂ ਨੂੰ ਪੜ੍ਹਾਉਣ ਦੀ ਵੀ ਸੇਵਾ ਕੀਤੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਚਰਨਾਂ ਵਿੱਚ ਸੇਵਾ ਬਖਸ਼ੀ ਹੈ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਜਿਨਾ ਮਿਲਿਆ ਪ੍ਰਭੂ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਐ ਹੈ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।